ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਆਪਾਂ ਤੁਹਾਡੇ ਤੱਕ ਪਲ ਪਲ ਦੀ ਅਪਡੇਟ ਜਿਹੜੀ ਹੈ ਲਖਨਪੁਰ ਕੋਰੀਡੋਰ ਤੋਂ ਕੱਲ ਤੋਂ ਹੀ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ। ਹਰ ਇੱਕ ਪਲ ਪਲ ਦੀ ਜਾਣਕਾਰੀ ਆਪਾਂ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਉਸੇ ਤੌਰ ਦੇ ਉੱਤੇ ਹੁਣ ਆਪਾਂ ਵੀ ਇਸ ਵਕਤ ਲਾਈਵ ਵਿਜ਼ੂਅਲਸ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕੀ ਮਸਲਾ ਪੂਰੇ ਦਿਨ ਦਾ ਰਿਹਾ ਹੈ, ਕਿਉਂਕਿ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਜਿੰਨੇ ਵੀ ਵਿਜ਼ੂਅਲਸ ਹਨ ਹੋਣ ਦੇ, ਚਾਹੇ ਉਹ ਲੰਗਰ ਤੋਂ ਲੈ ਕੇ ਸਟਾਰਟ ਹੋਏ ਸਨ ਜਾਂ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਚੈਲੰਜ ਕੀਤਾ ਸੀ ਨੋਟਿਸ ਨੂੰ ਜਿਹੜਾ ਦਿੱਤਾ ਗਿਆ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਉਸ ਦੇ ਬਾਰੇ ਵਿੱਚ ਵੀ ਗੱਲਬਾਤ ਪੂਰਨ ਰੂਪ ਤੋਂ ਕਰਾਂਗੇ। ਤੁਸੀਂ ਦੇਖ ਹੀ ਪਾ ਰਹੇ ਹੋ ਇਸ ਵਕਤ ਕਿ ਲਾਈਟ ਦੀ ਬੜੀ ਪ੍ਰੋਬਲਮ ਹੈਗੀ ਹੈ। ਇਸ ਟਾਈਮ ਪੂਰਾ ਬਲੈਕ ਆਊਟ ਹੋਇਆ ਪਿਆ ਹੈ ਕੋਰੀਡੋਰ ਮੇਨ ਦੇ ਉੱਤੇ। ਅਮੂਲੀ ਦੇਖਿਆ ਨਹੀਂ ਜਾਂਦਾ ਕਿ ਇੱਥੇ ਦਾ ਇਹੋ ਜਿਹਾ ਕੰਮ ਹੁੰਦਾ ਹੋਏ। ਐਡਮਿਨਿਸਟ੍ਰੇਸ਼ਨ ਦੀ ਵੀ ਕਿਧਰ ਨਾ ਕਿਧਰੇ ਇਹ ਚੀਜ਼ ਦੀ ਰਿਸਪੌਂਸਿਬਿਲਿਟੀ ਸੀ, ਬਟ ਫਿਰ ਵੀ ਕਿਹਾ ਜਾ ਰਿਹਾ ਕਿ ਕਿਸੇ ਇਸ਼ੂਜ਼ ਦੇ ਕਾਰਨ ਇੱਥੇ ਲਾਈਟ ਨਹੀਂ ਹੈ। ਥੋੜੀ ਦੇਰ ਤੱਕ ਉਹ ਵੀ ਕਲੀਅਰ ਹੋ ਜਾਏਗਾ। ਆਪਾਂ ਬਿਲਕੁਲ ਸਾਰੀ ਹੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣੀ ਹੈ, ਕਿਉਂਕਿ ਉਹ ਸਵੇਰ ਤੋਂ ਹੀ ਉਡੀਕ ਕਰ ਰਹੇ ਹਨ ਕਿ ਹਰ ਇੱਕ ਪਲ ਦੀ ਜਾਣਕਾਰੀ ਇਕਬਾਣੀ ਚੈਨਲ ਦੇ ਰਾਹੀਂ ਆਪਾਂ ਸੁਣ ਸਕੀਏ ਕਿ ਕੀ ਜਿਹੜਾ ਘਟਨਾ ਉੱਥੇ ਘਟ ਰਹੀ ਹੈ ਤੇ ਕੀ ਅਪਡੇਟ ਜਿਹੜੀ ਉੱਥੋਂ ਆ ਰਹੀ ਹੈ। ਤਾਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਵਿਜ਼ੂਅਲਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਪੂਰਨ ਰੂਪ ਤੋਂ ਅਤੇ ਹਰ ਇੱਕ ਅਪਡੇਟ ਤੁਹਾਡੇ ਤੱਕ ਲਾਈਵ ਦਿਖਾ ਸਕੀਏ। ਸਭ ਤੋਂ ਪਹਿਲੀ ਅਪਡੇਟ ਜਿਹੜੀ ਮੈਂ ਹੁਣ ਲਖਨਪੁਰ ਕੋਰੀਡੋਰ ਤੋਂ ਦੇਣ ਲੱਗਿਆ ਹਾਂ ਕਿ ਇੱਥੇ ਕੰਪਲੀਟ ਬਲੈਕ ਆਊਟ ਹੈ, ਲਾਈਟ ਦਾ ਕੋਈ ਵੀ ਪ੍ਰਬੰਧ ਜਿਹੜਾ ਇੱਥੇ ਨਹੀਂ ਦਿੱਤਾ ਗਿਆ। ਔਰ ਦੂਸਰੀ ਗੱਲ ਜਿਹੜੀ ਕਹਿਣ ਵਾਲੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਕਿ ਏਜਡ ਵੀ ਹਨ, ਉਹ ਤੁਸੀਂ ਜਾਣਦੇ ਹੋ ਸਰੀਰਕ ਤੌਰ ਤੇ ਵੀ ਬਜ਼ੁਰਗ ਹੈਗੇ ਨੇ, ਲੇਕਿਨ ਜਜ਼ਬੇ ਦੀ ਜੇਕਰ ਮੈਂ ਗੱਲ ਕਰਾਂ ਤੇ ਉਹ ਅੱਜ ਵੀ ਉੱਦਾਂ ਹੀ ਹੈ ਕਿ ਜੇ ਜਿੱਦਾਂ ਕਿਹਾ ਜਾਂਦਾ ਕਿ ਇੱਕ ਸਿੱਖ ਜਿਹੜਾ ਉਹ 1.25 ਲੱਖ ਦੇ ਬਰਾਬਰ ਹੈ। ਹੁਣ ਉਹ ਵੀ ਵਿਜ਼ੂਅਲ ਦੱਸਾਂਗਾ ਕਿ ਇੱਕ ਮੌਸਮ ਜਿਹੜਾ ਇੱਥੇ ਦੁਪਹਿਰ ਤੋਂ ਹੀ ਕਾਫੀ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਔਰ ਖਰਾਬ ਹੈ। ਉਸ ਦੇ ਮੱਦੇਨਜ਼ਰ ਦੇਖਦੇ ਹੋਏ ਆਟੋ ਦੇ ਵਿੱਚ ਉਸ ਨੂੰ ਤਰਪਾਲ ਲਗਾ ਕੇ ਆਪਣੇ ਰਿਹਾਇਸ਼ ਦੀ ਜਿਹੜੀ ਜਗ੍ਹਾ ਬਣਾਈ ਗਈ ਹੈ ਤਾਂ ਕਿ ਥੋੜਾ ਆਰਾਮ ਵੀ ਕੀਤਾ ਜਾ ਸਕੇ, ਕਿਉਂਕਿ ਕਾਫੀ ਲੰਬਾ ਸਫ਼ਰ ਕਰਕੇ ਉਹ ਇੱਥੇ ਪੁੱਜੇ ਸਨ ਅਤੇ ਐਡਮਿਨਿਸਟ੍ਰੇਸ਼ਨ ਨਾਲ ਪੂਰਨ ਰੂਪ ਤੋਂ ਗੱਲਬਾਤ ਕਰਕੇ ਉਹ ਜਵਾਬ ਮੰਗਣ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ। ਔਰ ਦੁਪਹਿਰ ਦੀ ਅਪਡੇਟ ਵੀ ਆਪਾਂ ਤੁਹਾਡੇ ਸਾਹਮਣੇ ਪਹੁੰਚਾਈ ਸੀ ਕਿ ਲੀਗਲ ਟੀਮ ਜਿਹੜੀ ਹੈਗੀ ਹੈ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੀ ਗਈ ਸੀ। ਉਹਨਾਂ ਨੇ ਜਿਹੜਾ ਸੈਸ਼ਨ ਕੋਰਟ ਦੇ ਅੰਦਰ ਜਾ ਕੇ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਨੋਟਿਸ ਦਿੱਤਾ ਸੀ ਉਹਨੂੰ ਚੈਲੰਜ ਕਰਨ ਦੇ ਲਈ ਇੱਕ ਦਾਇਰ ਕੀਤੀ ਸੀ ਐਪਲੀਕੇਸ਼ਨ, ਲੇਕਿਨ ਸੈਸ਼ਨ ਜੱਜ ਨਾ ਹੋਣ ਦੇ ਕਾਰਨ ਕੱਲ ਦੇ ਉੱਪਰ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਦੀ ਜਾਣਕਾਰੀ ਵੀ ਆਪਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈਵਾਂਗੇ। ਲੇਕਿਨ ਸਭ ਤੋਂ ਪਹਿਲਾਂ ਜਿਹੜੇ ਕਿ ਦਰਸ਼ਕ ਦੇ ਦੇਖ ਰਹੇ ਸੀ ਕਿ ਵਿਜ਼ੂਅਲਸ ਲਾਈਵ ਕਾਫੀ ਸਾਰੇ ਮੈਸੇजेस ਔਰ ਕਾਲਸ ਵੀ ਆ ਰਹੀਆਂ ਹੈਗੀਆਂ ਸੀ, ਕਿਉਂਕਿ ਸਾਰੀ ਹੀ ਸਿੱਖ ਸੰਗਤ ਕੱਲ ਤੋਂ ਹੀ ਜੁੜੀ ਹੋਈ ਹੈ ਬੇਸਬਰੀ ਨਾਲ ਇਸ ਚੀਜ਼ ਨੂੰ ਵੇਖਦੇ ਹੋਏ ਕਿ ਕਿੱਦਾਂ ਦਾ ਅਪਡੇਟ ਨਿਕਲ ਕੇ ਆਉਂਦਾ ਹੈ। ਕਿਉਂਕਿ ਇੱਕ ਕਾਫਿਲਾ ਜਿਹੜਾ ਸੰਗਰੂਰ ਤੋਂ ਇਲੈਕਟਡ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਮੈਂਬਰ ਆਫ ਪਾਰਲੀਮੈਂਟ ਇੱਕ ਹਾਊਸ ਨੂੰ ਰਿਪਰੈਜ਼ੈਂਟ ਕਰਨ ਵਾਲੇ, ਉਹਨਾਂ ਨੂੰ ਕੋਰੀਡੋਰ ਤੇ ਰੋਕ ਦਿੱਤਾ ਗਿਆ ਸੀ। ਉਸ ਚੀਜ਼ ਦੇ ਉੱਪਰ ਵੀ ਹਰ ਇੱਕ ਛੋਟੀ ਪ੍ਰਤੀਕਿਰਿਆ ਹੁਣ ਤੋਂ ਕੋਸ਼ਿਸ਼ ਕਰਾਂਗੇ ਕਿ ਕੰਪਲੀਟ ਕਰੀਏ ਤੁਹਾਡੇ ਅੱਗੇ। ਹੁਣ ਆਓ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਿਜ਼ੂਅਲ ਦੱਸਦੇ ਹਾਂ ਉਸ ਕੋਰੀਡੋਰ ਦੇ ਕਿ ਅੱਜ ਦਾ ਕਿੱਦਾਂ ਅਰੇਂਜਮੈਂਟ ਕੀਤਾ ਗਿਆ। ਜਿੱਦਾਂ ਤੁਸੀਂ ਦੇਖ ਪਾ ਰਹੇ ਹੋ ਕਲੀਅਰ ਵਿਜ਼ੂਅਲਸ ਤਾਂ ਮੈਂ ਨਹੀਂ ਦੱਸ ਪਾਵਾਂਗਾ ਕਿਉਂਕਿ ਬਲੈਕ ਆਊਟ ਹੈ, ਲੇਕਿਨ ਧੰਨਵਾਦ ਹੈ ਵੀਰਾਂ ਦਾ ਕਿ ਜਿਹੜੇ ਫਲੈਸ਼ ਦੀ ਲਾਈਟ ਹੋ ਗਈ ਜਾਂ ਹੁਣ ਕਾਰ ਦੀ ਲਾਈਟਸ ਵਗੈਰਾ ਔਨ ਕਰਕੇ ਵਿਜ਼ੂਅਲ ਦੱਸਣ ਦੀ ਕੋਸ਼ਿਸ਼ ਕਰਾਂਗੇ। ਆਓ ਹੁਣ ਤੁਹਾਨੂੰ ਵਿਜ਼ੂਅਲ ਦੱਸਦੇ ਹਾਂ। ਤੁਸੀਂ ਦੇਖ ਸਕਦੇ ਹੋ ਇਸ ਵਕਤ ਸਾਰੀ ਹੀ ਸਿੱਖ ਸੰਗਤ ਜਿਹੜੀ ਹੈਗੀ ਹੈ ਉਹ ਇੱਥੇ ਪੁੱਜੀ ਹੈ। ਉਚੇਚੇ ਤੌਰ ਤੇ ਲੰਗਰ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਸੀ ਕਮੇਟੀ ਵੱਲੋਂ ਅਤੇ ਸਿੱਖ ਸੰਗਤਾਂ ਦੇ ਵੱਲੋਂ ਕਾਫੀ ਰੋਸ਼ ਸੀ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਕਿ ਲਾਈਟ ਦਾ ਪ੍ਰਬੰਧ ਤਾਂ ਹੋਣਾ ਚਾਹੀਦਾ ਸੀ। ਇੱਕ ਇਲੈਕਟਡ ਮੈਂਬਰ ਹੈਗੇ ਨੇ, ਕੁਛ ਨਾ ਕੁਛ ਤਾਂ ਅਰੇਂਜਮੈਂਟ ਹੋਣਾ ਚਾਹੀਦਾ ਸੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਬਟ ਉਹ ਨਹੀਂ ਹੈਗਾ। ਉਹ ਵੀ ਆਪਾਂ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਸਾਰੇ ਹੀ ਨੌਜਵਾਨ ਵੀਰ ਅਤੇ ਬਜ਼ੁਰਗ ਜਿਹੜੇ ਹਨ ਉਹ ਇੱਥੇ ਰੁਕੇ ਹੋਏ ਹਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨਾਲ। ਗੱਲਬਾਤ ਜਿਹੜੀ ਚੱਲ ਰਹੀ ਹੈ ਐਡਮਿਨਿਸਟ੍ਰੇਸ਼ਨ ਦੀ, ਹੁਣ ਕੱਲ੍ਹ ਦਾ ਉਡੀਕ ਕੀਤੀ ਜਾ ਰਹੀ ਹੈ ਕਿ ਕੀ ਫੈਸਲਾ ਕੋਰਟ ਦੀ ਤਰਫ ਤੋਂ ਆਉਂਦਾ। ਇਹ ਸੀ ਉਹਨਾਂ ਦੀ ਗੱਡੀ ਜਿੱਥੇ ਕਿ ਕਾਫਿਲਾ ਜਿਹੜਾ ਕੱਲ੍ਹ ਤੋਂ ਰਵਾਨਾ ਹੋਇਆ ਸੀ। ਕੋਈ ਵੀ ਅਗਰ ਮੈਂ ਕਹਾਂ ਐਜ਼ ਅ ਇਲੈਕਟਡ ਮੈਂਬਰ ਪਾਰਲੀਮੈਂਟ ਦੇ ਹੋਣ ਦੇ ਨਾਤੇ ਕਾਫਿਲਾ ਹੁੰਦਾ ਉਹਨਾਂ ਦੀ ਸਿਕਿਉਰਿਟੀ ਦੇ ਵਜੋਂ, ਲੇਕਿਨ ਜਿੱਦਾਂ ਕਿ ਕਿਹਾ ਜਾਂਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਈ ਵੀ ਸਿਕਿਉਰਿਟੀ ਆਪਣੇ ਨਾਲ ਨਹੀਂ ਰੱਖਦੇ ਹਨ। ਉਹ ਬਿਲਕੁਲ ਇਸ ਗੱਡੀ ਦੇ ਵਿੱਚ ਆਏ ਸਨ, ਕੋਈ ਵੀ ਕਾਫਿਲਾ ਉਹਨਾਂ ਦੇ ਨਾਲ ਨਹੀਂ ਸੀ। ਔਰ ਇਹ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਕਿ ਮੌਸਮ ਜਿਹੜਾ ਦੁਪਹਿਰ ਤੋਂ ਵੀ ਖਰਾਬ ਹੈ, ਕਾਫੀ ਜ਼ਿਆਦਾ ਤਾਂ ਬਿਲਕੁਲ ਹੁਣ ਮੈਂ
ਦੱਸ ਰਿਹਾ ਤੁਹਾਨੂੰ, ਇਹ ਆਟੋ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਜਿਨ੍ਹਾਂ ਨੂੰ ਕਵਰ ਕੀਤਾ ਹੋਇਆ ਤਾਂ ਕਿ ਕਾਫੀ ਸਫ਼ਰ ਕਰਕੇ ਜਾਣਦੇ ਵੀ ਹਾਂ ਕਿ ਉਮਰ ਦੇ ਹਿਸਾਬ ਦੇ ਨਾਲ ਵੀ ਆਰਾਮ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਨੌਜਵਾਨ ਵੀਰ ਵੀ ਅਗਰ ਮੈਂ ਗੱਲ ਕਰਾਂ ਸਵੇਰੇ ਤੋਂ ਹੀ ਖੜੇ ਹੋਣ ਤੇ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ। ਇਸ ਵਕਤ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਤੁਸੀਂ ਸਾਹਮਣੇ ਆਟੋ ਵੇਖ ਪਾ ਰਹੇ ਹੋ ਤਰਪਾਲ ਨਾਲ ਢੱਕਿਆ ਹੋਇਆ, ਜਿਹੜਾ ਤਾਂ ਕਿ ਬਾਰਿਸ਼ ਵਗੈਰਾ ਦਾ ਐਸਾ ਮੌਸਮ ਨਾ ਹੋਏ, ਉਸ ਚੀਜ਼ ਨੂੰ ਵੇਖਦੇ ਹੋਏ ਉਹਨਾਂ ਨੂੰ ਰੁਕਣ ਦੇ ਲਈ ਪ੍ਰਬੰਧ ਕੀਤਾ ਗਿਆ ਹੈ। ਆਪਾਂ ਚਾਹੁੰਦੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਨੀ ਸੀ, ਲੇਕਿਨ ਉਹ ਆਰਾਮ ਕਰ ਰਹੇ ਨੇ ਤੇ ਸਾਨੂੰ ਪਤਾ ਹੈ ਕਿ ਇਸ ਟਾਈਮ ਉਹਨਾਂ ਦਾ ਐਜੀਟੇਸ਼ਨ ਜਿਹੜਾ ਚੱਲ ਰਿਹਾ। ਆਪਾਂ ਨਹੀਂ ਚਾਹਾਂਗੇ ਕਿ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਡਿਸਟਰਬ ਕਰੀਏ, ਲੇਕਿਨ ਵਿਜ਼ੂਅਲ ਸਾਰੀ ਸਿੱਖ ਸੰਗਤ ਸਵੇਰੇ ਤੋਂ ਹੀ ਉਡੀਕ ਕਰ ਰਹੀ ਸੀ। ਆਪਾਂ ਸੋਚਿਆ ਕਿ ਇੱਕ ਬਾਣੀ ਚੈਨਲ ਨਾਲ ਜੁੜੇ ਹੋਏ ਪਰਿਵਾਰ ਜਿਹੜੇ ਸਵੇਰੇ ਤੋਂ ਉਡੀਕ ਕਰ ਰਹੇ ਔਰ ਉਹਨਾਂ ਤੱਕ ਹਰ ਇੱਕ ਚੀਜ਼ ਤੱਕ ਕਵਰੇਜ ਲਾਈਵ ਪਹੁੰਚਾ ਸਕੀਏ। ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਲਾਈਟ ਆ ਜਾਏਗੀ ਤਾਂ ਕਿ ਕਲੀਅਰ ਤਰੀਕੇ ਨਾਲ ਤੁਹਾਨੂੰ ਵਿਜ਼ੂਅਲ ਦੱਸ ਸਕੀਏ, ਲੇਕਿਨ ਲਾਈਟ ਨਹੀਂ ਆਈ। ਫਿਰ ਆਪਾਂ ਸੋਚਿਆ ਕਿ ਇੱਕ ਲਾਈਵ ਤੁਹਾਡੇ ਤੱਕ ਪਹਿਲੇ ਤਾਂ ਪਹੁੰਚਾ ਹੀ ਦੇਣਾ ਚਾਹੀਦਾ। ਇਹ ਬੈਰੀਕੇਟਿੰਗ ਜਿਹੜੀ ਆਪਾਂ ਤੁਹਾਨੂੰ ਕੱਲ੍ਹ ਹੀ ਦੱਸੀ ਹੈ, ਬੈਰੀਕੇਟਿੰਗ ਅੱਜ ਵੀ ਉੱਦਾਂ ਹੀ ਹੈ, ਸਿਰਫ ਜਿਹੜੀ ਬਖਤਰਬੰਦ ਗੱਡੀਆਂ ਹਨ ਉਹ ਅੱਜ ਐਡ ਕੀਤੀਆਂ ਗਈਆਂ ਹਨ ਤਾਂ ਕਿ ਕੋਈ ਵੀ ਮਾਹੌਲ ਜਿਹੜਾ ਖਰਾਬ ਨਾ ਹੋਏ। ਸੰਗਤਾਂ ਵੱਲੋਂ ਵੈਸੇ ਐਸਾ ਕੰਮ ਵੀ ਐਸਾ ਨਹੀਂ ਕੀਤਾ ਗਿਆ ਕਿ ਜਿਹੜੀ ਕਨਫਰੰਟੇਸ਼ਨ ਦੀ ਨੌਬਤ ਆਈ ਹੋਏ ਐਡਮਿਨਿਸਟ੍ਰੇਸ਼ਨ ਦੇ ਨਾਲ। ਇਹ ਤੁਸੀਂ ਆਟੋ ਇਸ ਵਕਤ ਲਾਈਵ ਵਿਜ਼ੂਅਲਸ ਇੱਕ ਬਾਣੀ ਚੈਨਲ ਦੇ ਉੱਤੇ ਦੇਖ ਪਾ ਰਹੇ ਹੋ। ਇਹ ਉਹ ਦੋ ਰਿਹਾਇਸ਼ ਦੇ ਆਟੋ ਤਿਆਰ ਕੀਤੇ ਗਏ ਹਨ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰੀ ਇਹਦੇ ਵਿੱਚ ਆਰਾਮ ਕਰ ਰਹੇ ਹਨ ਤਾਂ ਕਿ ਫਿਰ ਤੋਂ ਅਗਰ ਕੋਈ ਜ਼ਰੂਰਤ ਪੈਂਦੀ ਹੈ, ਕਿਉਂਕਿ ਇੱਕ ਲੰਬਾ ਵਕਤ ਹੈ, ਇੱਕ ਰਾਤ ਪੂਰੀ ਨਿਕਲ ਚੁੱਕੀ ਹੈ ਤੇ ਦੂਸਰੀ ਰਾਤ ਨਿਕਲਣ ਨੂੰ ਬਿਲਕੁਲ ਤਿਆਰ ਹੈ। ਇਹ ਤਸਵੀਰਾਂ ਜਿਹੜੀਆਂ ਹੁਣ ਤੁਸੀਂ ਲਾਈਵ ਇੱਕ ਬਾਣੀ ਚੈਨਲ ਤੇ ਵੇਖ ਰਹੇ ਹੋ, ਬੇहद ਸਵਾਲ ਜਿਹੜੀ ਆਪਣੇ ਆਪ ਦੇ ਵਿੱਚ ਹੀ ਖੜੀ ਕਰਦੀਆਂ ਹਨ। ਜਿੱਥੋਂ ਕੱਲ ਤੁਸੀਂ ਲਾਈਵ ਵਿਜ਼ੂਅਲਸ ਵੇਖੇ ਸੀ ਲਖਨਪੁਰ ਕੋਰੀਡੋਰ ਜਿਹੜਾ ਕਿ ਬਿਲਕੁਲ ਮੇਨ ਬਾਰਡਰ ਹੈ ਪੰਜਾਬ ਔਰ ਜੰਮੂ ਕਸ਼ਮੀਰ ਨੂੰ ਡਿਵਾਈਡ ਕਰਦਾ ਆਪਸ ਦੇ ਵਿੱਚ, ਬਿਲਕੁਲ ਉਸ ਕੋਰੀਡੋਰ ਦੇ ਉੱਤੇ ਆਪਾਂ ਖੜੇ ਹਾਂ ਔਰ ਤੁਸੀਂ ਲਾਈਵ ਵਿਜ਼ੂਅਲਸ ਦੇਖ ਪਾ ਰਹੇ ਹੋ। ਚਾਹੇ ਉਹ ਸਿੱਖ ਯੂਥ ਹੋਣ ਔਰ ਸਪੈਸ਼ਲ ਤੌਰ ਤੇ ਜੇਕਰ ਮੈਂ ਗੱਲ ਕਰਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ, ਉਹਨਾਂ ਦੇ ਸਾਰੇ ਹੀ ਮੈਂਬਰ ਅੱਜ ਇੱਥੇ ਖੜੇ ਹਨ ਅਤੇ ਹਰ ਇੱਕ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਕਿਸੇ ਵੀ ਚੀਜ਼ ਦੀ ਅਗਰ ਲੋੜ ਪਾਲ ਹੈ ਤੇ ਉਹਨੂੰ ਵੇਖਦੇ ਹੋਏ ਉਸ ਦੇ ਉੱਪਰ ਉਸੇ ਟਾਈਮ ਐਕਸ਼ਨ ਲੈ ਰਹੇ ਹਨ। ਲਾਈਵ ਵਿੱਚ ਤੁਸੀਂ ਕੋਰੀਡੋਰ ਤੋਂ ਵੇਖ ਪਾ ਰਹੇ ਹੋ ਇਸ ਵਕਤ। ਆਪਾਂ ਦੇਖਾਂਗੇ ਔਰ ਗੱਲਬਾਤ ਵੀ ਕਰਵਾਵਾਂਗੇ ਤੁਹਾਨੂੰ ਨੁਮਾਇੰਦਿਆਂ ਨਾਲ ਕਿ ਅੱਜ ਦਾ ਜਿਹੜਾ ਦਿਨ ਰਿਹਾ ਉਹ ਕੀ ਚੀਜ਼ਾਂ ਘਟੀਆਂ ਹੈਗੀਆਂ ਨੇ ਤੇ ਕੀ ਅਪਡੇਟ ਆਏ ਹਨ। ਅਸੀਂ ਪੂਰਨ ਰੂਪ ਤੋਂ ਹਰ ਇੱਕ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਜਿੱਦਾਂ ਮੈਂ ਪਹਿਲੇ ਹੀ ਕਿਹਾ ਸੀ ਕਿ ਲਾਈਟ ਨਾ ਹੋਣ ਦੇ ਕਾਰਨ ਵਿਜ਼ੂਅਲਸ ਕਲੀਅਰ ਨਹੀਂ ਆ ਪਾਉਣਗੇ, ਲੇਕਿਨ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਫੋਨ ਦੀ ਫਲੈਸ਼ ਲਾਈਟ ਆਨ ਕਰਕੇ ਸਾਰੇ ਵਿਜ਼ੂਅਲਸ ਦੱਸਣ ਦੀ ਸਾਰੀ ਸਿੱਖ ਸੰਗਤ ਨੂੰ, ਕਿਉਂਕਿ ਮੈਂ ਪਹਿਲੇ ਹੀ ਕਿਹਾ ਕਿ ਉਡੀਕ ਕਰ ਰਹੀ ਹੈ ਸੰਗਤ ਕਿ ਵਿਜ਼ੂਅਲਸ ਕਦੋਂ ਸਾਡੇ ਤੱਕ ਪੁੱਜਣ। ਹੋਰ ਪਲ ਦੀ ਅਪਡੇਟ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪਰਿਵਾਰ ਤੱਕ ਜ਼ਰੂਰ ਸਾਂਝੀ ਕਰੀਏ। ਇਸ ਵਕਤ ਲਾਈਵ ਕੋਰੀਡੋਰ ਤੋਂ ਔਰ ਜਿਹੜੇ ਤੁਸੀਂ ਸਪੈਸ਼ਲ ਤੌਰ ਤੇ ਇਹ ਦੋ ਆਟੋ ਦੇਖ ਰਹੇ ਹੋ, ਇਹਨਾਂ ਨੂੰ ਸਪੈਸ਼ਲ ਤੌਰ ਤੇ ਤਿਆਰ ਕੀਤਾ ਗਿਆ ਕਿਉਂਕਿ ਮੌਸਮ ਬੇहद ਖਰਾਬ ਸੀ। ਦੁਪਹਿਰ ਤੋਂ ਹੀ ਕਦੇ ਵੀ ਮੀਂਹ ਬਰਸ ਸਕਦਾ ਸੀ, ਕਾਫੀ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀ ਸਨ। ਉਸ ਚੀਜ਼ ਨੂੰ ਦੇਖਦੇ ਹੋਏ ਇਹ ਦੋ ਆਟੋ ਤਿਆਰ ਕੀਤੇ ਗਏ ਸਨ ਤਰਪਾਲ ਲਗਾ ਕੇ ਤਾਂ ਕਿ ਰਿਹਾਇਸ਼ ਦੇ ਲਈ ਰੱਖਿਆ ਜਾ ਸਕੇ। ਐਡਮਿਨਿਸਟ੍ਰੇਸ਼ਨ ਦੇ ਵੱਲੋਂ ਆਖਿਆ ਵੀ ਗਿਆ ਸੀ ਕਿ ਕੋਈ ਪ੍ਰਬੰਧ ਜਿਹੜਾ ਕੀਤਾ ਜਾਏ, ਲੇਕਿਨ ਫਿਰ ਵੀ ਉਹਨਾਂ ਨੇ ਆਪਣਾ ਰੱਖਿਆ ਕਿ ਨਹੀਂ, ਮੈਂ ਇੱਥੋਂ ਨਹੀਂ ਜਾਵਾਂਗਾ ਜਦ ਤੱਕ ਮੈਨੂੰ ਕੋਰਟ ਦਾ ਡਿਸੀਜਨ ਜਿਹੜਾ ਸਪੈਸ਼ਲ ਤੌਰ ਤੇ ਨਹੀਂ ਮਿਲਦਾ। ਉਸ ਤੋਂ ਬਾਅਦ ਹੀ ਮੈਂ ਅੱਗੇ ਦਾ ਡਿਸੀਜਨ ਫਾਲੋ ਅਪ ਲੈ ਕੇ ਉਸ ਚੀਜ਼ ਦੇ ਉੱਪਰ ਆਵਾਂਗਾ ਕਿ ਕੀ ਕਰਨਾ ਅੱਗੇ ਦਾ ਜਾਂ ਕੀ ਨਹੀਂ, ਕਿਉਂਕਿ ਮੈਨੂੰ ਇੱਕ ਭਰੋਸਾ ਹੈ ਕੌਂਸਟੀਟਿਊਸ਼ਨ ਦੇ ਉੱਤੇ ਤੇ ਕੀ ਉਹਦਾ ਰਿਜ਼ਲਟ ਰਹੇਗਾ ਕੋਰਟ ਦੇ ਥਰੂ ਤੇ ਉਹ ਵੀ ਦੇਖਣ ਵਾਲੀ ਗੱਲ ਹੈ। ਉਹ ਕੱਲ੍ਹ ਹੀ ਅਪਡੇਟ ਮਿਲੇਗਾ ਜਦੋਂ ਕਿ ਸਵੇਰੇ ਡਿਸਟ੍ਰਿਕਟ ਕੋਰਟ ਖੁੱਲ੍ਹਦੀ ਹੈ, ਜਿੱਥੇ ਇੱਕ ਕਮੇਟੀ ਦੇ ਵੱਲੋਂ ਇੱਕ ਲਾਇਰ ਦੀ ਕਮੇਟੀ ਵੱਲੋਂ ਨੋਟਿਸ ਸਬਮਿਟ ਕੀਤਾ ਗਿਆ ਚੈਲੰਜ ਕਰਦੇ ਹੋਏ ਉਸ ਐਡਮਿਨਿਸਟ੍ਰੇਸ਼ਨ ਦੇ ਨੋਟਿਸ ਨੂੰ, ਜਿਹੜਾ ਕਿ ਕੱਲ੍ਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਕਿਉਂ ਕੋਰੀਡੋਰ ਦੇ ਅੰਦਰ ਨਹੀਂ ਆ ਸਕਦੇ ਹੋ। ਲੱਕੀ ਵੀਰ ਕਹਿੰਦੇ ਬੋਲਣਾ ਹਾਂ ਨਹੀਂ ਨਿਕਲ ਜਾਣਾ ਤਾਂ ਕਹਿੰਦਾ ਮੈਂ ਕਹਿੰਦਾ ਮੇਰਾ ਬਿਲ ਦੇ ਦੇ, ਮੇਰਾ ਦਵਾ ਦਿਓ। ਠੀਕ ਹੈ ਹੁਣ ਆਪਾਂ ਤੁਹਾਨੂੰ ਗੱਲਬਾਤ ਵੀ ਕਰਵਾਵਾਂਗੇ ਔਰ ਸਪੈਸ਼ਲ ਤੌਰ ਤੇ ਅੱਜ ਦੀ ਅਪਡੇਟ ਕੋਸ਼ਿਸ਼ ਕਰਾਂਗੇ ਕਿ ਸਾਰੀ ਲਈਏ। ਸਭ ਤੋਂ ਪਹਿਲੇ ਹੁਣ
ਜਿੱਦਾਂ ਕਿ ਆਪਾਂ ਤੁਹਾਨੂੰ ਸਾਰੇ ਵਿਜ਼ੂਅਲਸ ਕੋਰੀਡੋਰ ਤੇ ਦੱਸੇ ਹਨ, ਕੱਲ ਤੋਂ ਹੀ ਇਹ ਐਜੀਟੇਸ਼ਨ ਚੱਲ ਰਿਹਾ। ਔਰ ਇੱਕ ਸਵਾਲ, ਐਜੀਟੇਸ਼ਨ ਤਾਂ ਮੈਂ ਨਹੀਂ ਕਹਾਂਗਾ ਕਿਉਂਕਿ ਅੱਜ ਵੀ ਇੱਕੋ ਸਵਾਲ ਪੁੱਛਿਆ ਜਾ ਰਿਹਾ ਐਡਮਿਨਿਸਟ੍ਰੇਸ਼ਨ ਤੋਂ ਕਿ ਕਿਸ ਬਿਹਾਫ ਤੇ ਮੈਨੂੰ ਐਜ਼ ਅ ਇਲੈਕਟਡ ਮੈਂਬਰ ਹਾਂ, ਮੈਂ ਵੀ ਹਾਊਸ ਦਾ ਮੈਂਬਰ ਆਫ ਪਾਰਲੀਮੈਂਟ ਹਾਂ, ਇੱਕ ਕਨਸਟੀਟਿਊਸ਼ਨਲ ਬਾਡੀ ਹਾਂ ਮੈਂ ਵੀ, ਤਾਂ ਮੈਨੂੰ ਕਿਸ ਨੋਟਿਸ ਦੇ ਅਧਿਕਾਰ ਤੇ ਤੁਸੀਂ ਮੈਨੂੰ ਇੱਥੇ ਰੋਕਿਆ, ਜਿਹੜਾ ਕਿ ਜਵਾਬ ਹਜੇ ਤੱਕ ਨਹੀਂ ਮਿਲ ਪਾਇਆ। ਉਸੀ ਦੇ ਲਈ ਇੱਕ ਲੀਗਲ ਟੀਮ ਦੇ ਥਰੂ ਇੱਕ ਨੋਟਿਸ ਵੀ ਦਾਇਰ ਕੀਤਾ ਗਿਆ ਸੈਸ਼ਨ ਕੋਰਟ ਦੇ ਅੰਦਰ। ਹੁਣ ਮੈਂ ਚਾਹਾਂਗਾ ਕਿ ਸਾਡੇ ਨਾਲ ਇਸ ਟਾਈਮ ਡਿਸਟ੍ਰਿਕਟ ਕਮੇਟੀ ਦੇ ਪ੍ਰੈਜ਼ੀਡੈਂਟ ਹਨ ਸਰਦਾਰ ਚਰਨਜੀਤ ਸਿੰਘ ਜੀ। ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਦੀ ਸੰਪੂਰਨ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਰੂਬਰੂ ਕਰਨੀ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਵੀ ਸਵਾਲ ਦਰਸ਼ਕਾਂ ਦੇ ਸਨ ਆਪਾਂ ਤੁਹਾਡੇ ਤੱਕ ਪਹੁੰਚਾ ਸਕੀਏ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਜੀ ਆਇਆਂ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚਾਹਾਂਗਾ ਕਿ ਪੂਰੀ ਰਾਤ ਜਿਹੜੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇਸ ਰੋਡ ਦੇ ਉੱਤੇ ਗੁਜ਼ਾਰੀ ਹੈ। ਸਭ ਤੋਂ ਪਹਿਲੇ ਮੈਂ ਹੁਣ ਚਾਹਾਂਗਾ ਕਿ ਉਸ ਦੇ ਉੱਪਰ ਰੋਸ਼ਨੀ ਪਾਓ ਕਿ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ। ਇਸ ਤਰ੍ਹਾਂ ਕਿ ਸਾਡੇ ਜਿਹੜੀ ਜ਼ਿਲ੍ਹਾ ਇੰਤਜ਼ਾਮੀਆ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਧਰਨਾ ਇਹ ਖਤਮ ਕਰ ਦਿਓ, ਤੇ ਤੁਹਾਡਾ ਪ੍ਰੋਟੈਸਟ ਹੋ ਗਿਆ ਕਾਫੀ। ਤੇ ਇਹਨਾਂ ਨੇ ਕਿਹਾ ਕਿ ਵੀ ਗੱਲ ਹੈ ਕਿ ਤੁਸੀਂ ਦਫਾ ਜਿਹੜੀ ਧਾਰਾ 144 ਲਗਾਈ ਦੀ ਹੈ, 144 ਇੱਕ ਬੰਦੇ ਵਾਸਤੇ ਤੁਸੀਂ ਲਗਾਈ ਹੈ, ਤੇ ਮੈਂ ਇੱਕ ਇਕੱਲਾ ਬੰਦਾ, ਤੇ ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿਹੜਾ ਕੋਈ ਤੰਗ ਕਰ ਰਿਹਾ ਕਿਸੇ ਨੂੰ। ਤੇ ਉਹ ਕਹਿੰਦੇ ਜੀ ਇਹ ਸਾਡੇ ਵਾਸਤੇ ਕੋਈ ਰੋਗ ਨਹੀਂ ਹੈ, ਉੱਪਰੋਂ ਆਰਡਰ ਹੈ, ਤੇ ਸਾਨੂੰ ਜੋ ਗੌਰਮੈਂਟ ਦੇ ਜਿਹੜੇ ਹਦਾਇਤਾਂ ਮਿਲੀਆਂ ਅਸੀਂ ਉਸ ਦੇ ਮੁਤਾਬਕ ਹੀ ਅਸੀਂ ਚੱਲਣਾ। ਲੇਕਿਨ ਇੱਕ ਬਦਕਿਸਮਤੀ ਦੀ ਗੱਲ ਹੈ ਕਿ ਜਿਹੜੇ ਪਾਰਲੀਮੈਂਟ ਦੇ ਅੰਦਰ ਬਹਿ ਕੇ ਜਿਹੜੇ ਲੋਕ ਕਾਨੂੰਨ ਬਣਾਉਂਦੇ ਆ, ਤੇ ਜਿਹੜੇ ਲੋਕ ਕਾਨੂੰਨ ਬਣਾਉਣ ਵਾਲਿਆਂ ਨੂੰ ਹੀ ਅੱਜ ਜਿਹੜੀ ਕਿ ਜਿਹੜੇ ਕਾਨੂੰਨਦਾਨ ਅੱਜ ਉਹਨਾਂ ਨੂੰ ਜਿਹੜਾ ਕੀ ਹੈ ਪਰੇਸ਼ਾਨ ਕਰ ਰਹੇ ਨੇ। ਕਹਿੰਦੇ ਕਿ ਗੁਰਬਾਣੀ 'ਚ ਬੋਲਦੇ ਕਿ ਜਬੈ ਬਣ ਲਾਗਿਓ ਤਬੈ ਰੋਸ਼ ਜਾਗਿਓ। ਅੱਜ ਸਾਨੂੰ ਕੋਈ ਖੁਸ਼ੀ ਥੋੜ੍ਹੀ ਹੈ ਕਿ ਅਸੀਂ ਇੱਥੇ ਖੁਸ਼ੀ ਦੇ ਨਾਲ ਇੱਥੇ ਸਾਰੇ ਇਸ ਠੰਡ ਦੇ ਵਿੱਚ ਔਰ ਆਂधी ਝੱਖੜ ਦੇ ਵਿੱਚ ਇੱਥੇ ਸਾਡੇ ਸਾਰੇ ਯੂਥ ਪੂਰੇ ਜਿਹੜੇ ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਨੌਜਵਾਨ ਬੱਚੇ ਸਾਰੇ ਇੱਥੇ ਆਏ ਦੇ ਹਨ। ਔਰ ਗੌਰਮੈਂਟ ਦਾ ਜਿਹੜਾ ਅੜੀਅਲ ਰਵੱਈਆ ਇਹ ਠੀਕ ਨਹੀਂ ਹੈ, ਕਿਉਂਕਿ ਸਿਮਰਨਜੀਤ ਸਿੰਘ ਮਾਨ ਜਾਂ ਤਾਂ ਕੋਈ ਪੰਚ ਸਰਪੰਚ ਹੁੰਦੇ ਤੇ ਤਾਂ ਵੀ ਕੋਈ ਗੱਲ ਸੀ। ਤੀਜੀ ਵਾਰ 4 ਲੱਖ ਵੋਟਾਂ ਨਾਲ ਜਿੱਤ ਕੇ ਜਿਹੜੇ ਉਹ ਇੱਥੇ ਆਏ ਆ, ਤੇ ਉਹ ਇੱਕ ਮੈਂਬਰ ਪਾਰਲੀਮੈਂਟ ਹਨ। ਸਾਡੇ ਲੋਕਾਂ ਦੀ ਇਹ ਕੋਸ਼ਿਸ਼ ਸੀ ਕਿ ਇੱਥੋਂ ਕਠੂਏ ਤੋਂ ਲੈ ਕੇ ਜਿਸ ਤਰ੍ਹਾਂ ਇਹਨਾਂ ਦੇ ਬੁੱਕ ਹੋਏ ਦਾ ਸੀ, ਪੁੰਛ, ਰਜੌਰੀ, ਭਦਰਵਾਹ, ਕਠੂਆ ਔਰ ਸਾਂਬਾ, ਜੰਮੂ, ਜਿਹੜੇ ਵੀ ਮਤਲਬ ਕਿ ਉਹਨਾਂ ਦਾ ਇੱਕ ਪਲਾਨ ਬਣਦਾ ਸੀ। ਜਿਸ ਤਰ੍ਹਾਂ ਕਿ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਜੰਮੂ ਦੇ ਅੰਦਰ, ਕਸ਼ਮੀਰ ਦੇ ਅੰਦਰ ਜਿਸ ਤਰ੍ਹਾਂ ਕਿ 2 ਪੰਡਤਾਂ ਦੀ ਕਿਲਿੰਗ ਹੋਈ ਹੈ, ਤੇ ਉਹ ਚਾਹੁੰਦੇ ਸੀ ਕਿ ਅਸੀਂ ਜਾ ਕੇ ਸਾਰਾ ਜਿਹੜਾ ਕਿ ਅਸੀਂ ਲੈਣਾ ਸੀ, ਸਾਰਾ ਵੇਰਵਾ ਲੈਣਾ ਸੀ। ਲੇਕਿਨ ਸਰਕਾਰ ਨੂੰ ਪਤਾ ਨਹੀਂ ਇਹਦੇ ਕੋਲੋਂ ਕਿਉਂ ਡਰ ਲੱਗ ਰਿਹਾ। ਇੰਨੇ ਜਿਹੜੀਆਂ ਟੈਂਕਾਂ ਤੇ ਤੋਪਾਂ ਦੇ ਇਹ CISF ਦੀਆਂ ਗੱਡੀਆਂ ਤੇ ਬੰਦੂਕਾਂ ਦੀਆਂ ਗੋਲੀਆਂ ਇਸ ਤਰ੍ਹਾਂ ਕੀਤੀ ਦੀਆਂ ਕਿ ਜਿਤਨਾ ਇੰਨਾ ਬੰਦੋਬਸਤ ਕਿਤੇ ਕਾਰਗਿਲ ਯੁੱਧ ਤੇ ਨਹੀਂ ਕੀਤਾ ਹੋਣਾ ਜਿੰਨਾ ਅੱਜ ਇੱਥੇ ਸਾਡੇ ਲਖਨਪੁਰ ਦੇ ਇਸ ਏਰੀਏ ਦੇ ਵਿੱਚ ਇਹਨਾਂ ਨੇ ਇਤਨੀ ਫੋਰਸ ਲਗਾ ਕੇ ਇੱਕ ਦਬਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਿਲਕੁਲ, ਮੈਂ ਜਿੱਦਾਂ ਪਹਿਲਾਂ ਹੀ ਸਟਾਰਟ ਕੀਤੀ ਗੱਲਬਾਤ, ਆਪੀ ਦਰਸ਼ਕਾਂ ਦੇ ਸਾਰੇ ਸਵਾਲ ਤੁਹਾਡੇ ਤੱਕ ਰੱਖੜੇ ਹਨ ਤਾਂ ਕਿ ਆਪਾਂ ਮੌਕੇ ਤੇ ਮੌਜੂਦ ਹਾਂ ਤੇ ਉਹਨਾਂ ਨੂੰ ਵੀ ਇੱਕ ਆਸ ਹੈ ਕਿ ਇੱਕ ਅਪਡੇਟ ਤੁਹਾਡੇ ਤੋਂ ਵੀ ਲੈਣੀ ਬਣਦੀ ਹੈ। ਜਿੱਦਾਂ ਕਿ ਕਾਫੀ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ, ਦਰਸ਼ਕਾਂ ਦਾ ਸਵਾਲ ਹੈ ਜਿਹੜਾ ਮੈਂ ਤੁਹਾਡੇ ਤੋਂ ਪੁੱਛਣ ਲੱਗਿਆ ਕਿ ਜਿਹੜੇ ਨੁਮਾਇੰਦੇ ਗੌਰਮੈਂਟ ਦੀ ਤਰਫ ਤੋਂ ਆ ਰਹੇ ਨੇ, ਇੱਕ ਮੈਮੋਰੈਂਡਮ ਦਿੱਤਾ ਜਾ ਰਿਹਾ ਇਸ ਉਮੀਦ ਦੇ ਨਾਲ ਕਿ ਜਿਹੜੀ ਸਿੱਖ ਆਵਾਮ ਹੈ ਉਹਨਾਂ ਦੀ ਗੱਲ ਸੁਣੀ ਜਾਏਗੀ। ਇੱਕ ਸਿੱਖ ਚਿਹਰਾ ਮੈਂਬਰ ਆਫ ਪਾਰਲੀਮੈਂਟ ਤੋਂ ਉਹਨੂੰ ਇੰਟਰਸਟ ਨਹੀਂ ਮਿਲੀ ਹੈ, ਕੀ ਦੇਖਦੇ ਹੋ ਕਿ ਉਹ ਮੈਮੋਰੈਂਡਮ ਜਿਹੜੇ ਸਬਮਿਟ ਕੀਤੇ ਨੇ ਕਿ ਉਹ ਮੰਨੇ ਜਾਣਗੇ? ਜਿਸ ਦੇ ਕੋਲ ਅਸੀਂ ਮੈਮੋਰੈਂਡਮ ਅਸੀਂ ਜਿਹਨੂੰ ਦੇਣਾ, ਕਿਉਂਕਿ ਆਵਾਮ ਦਾ ਕੰਮ ਹੁੰਦਾ ਹੈ ਆਪਣਾ ਜਿਹੜਾ ਲੀਡਰ ਹੈ, ਚਾਹੇ MP ਹੈ, MLA ਹੈ, ਸਰਪੰਚ ਹੈ, ਜਾਂ ਜਿਸ ਟਾਈਪ ਦਾ ਵੀ ਉਹ ਲੀਡਰ ਹੈ, ਉਹਦੇ ਤੱਕ ਗੱਲ ਪਹੁੰਚਾਉਣੀ। ਜੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਮੈਨੂੰ ਨਹੀਂ ਉਮੀਦ ਲੱਗਦੀ ਕਿ ਇਹ ਸਰਕਾਰਾਂ ਜਿਹੜੀਆਂ ਇਹ ਸਾਡੀ ਗੱਲ ਮੰਨਣਗੀਆਂ। ਸਾਨੂੰ ਤੇ ਦੱਸ ਰਹੇ ਕਿ ਤੁਸੀਂ ਤਾਂ ਹਿੰਦੁਸਤਾਨ ਦੇ ਅੰਦਰ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹੋ। ਇਹ ਕੋਈ ਗੱਲ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਇਸ ਵਕਤ ਰਾਤ ਨੂੰ ਤੁਸੀਂ ਦੇਖ ਰਹੇ ਹੋ ਕਿ ਇੱਕ ਆਟੋ ਦੇ ਵਿੱਚ 3 ਵੀਲਰ ਦੇ ਵਿੱਚ ਅਗਰ ਇੱਕ ਮੈਂਬਰ ਪਾਰਲੀਮੈਂਟ ਆ, ਉਹਨੂੰ ਕੋਈ ਕਮੀ ਥੋੜ੍ਹੀ ਹੈ ਕਿ ਬਈ ਉਹ ਕਿਸੇ ਹੋਟਲ 'ਚ ਵੀ ਰਹਿ ਸਕਦਾ ਤੇ ਕਿਸੇ ਅੱਛੀ ਜਗ੍ਹਾ ਵੀ ਜਾ ਕੇ ਰਹਿ ਸਕਦਾ, ਲੇਕਿਨ ਆਟੋ ਦੇ ਵਿੱਚ ਰਾਤ ਨੂੰ ਉਸਨੇ ਆਪਣਾ ਬਸੇਰਾ ਕੀਤਾ ਦਾ ਤੇ ਉਹ ਸਿਰਫ ਇੱਕ ਆਪਣੀ ਜਮਾਤ ਦੀ ਜਮਹੂਰੀਅਤ ਦੀ ਸੇਵਾ, ਆਪਣੀ ਕੌਮ ਦੀ ਸੇਵਾ ਵਾਸਤੇ ਜਿਹੜਾ ਇਨਸਾਨ DIG ਦੇ ਰੈਂਕ ਤੋਂ ਰਿਟਾਇਰ ਹੋ ਕੇ IG ਦੀ ਰੈਂਕ ਤੋਂ ਰਿਟਾਇਰ ਹੋ ਕੇ ਇੱਕ IAS ਅਫਸਰ
ਔਰ ਜਿਸ ਨੇ ਸਾਡੀ IPS ਅਫਸਰ ਜਿਹੜਾ ਕਿ ਸਾਡੀ ਕੌਮ ਦੀ ਇਸ ਸੇਵਾ ਲਈ ਆਵਾਜ਼ ਚੱਕਣ ਲਈ, ਜਿਸ ਨੂੰ ਅੱਜ ਆਟੋ ਦੇ ਟੈਂਪੂ ਦੇ ਵਿੱਚ ਇੱਕ ਆਪਣਾ ਵਿਛੋਣਾ ਸਰਾਣਾ ਕਰਕੇ ਤੇ ਅੱਜ ਉਹ ਉੱਥੇ ਲੇਟਿਆ ਦਾ, ਇਹ ਬੜੀ ਇੱਕ ਬਦਕਿਸਮਤੀ ਦੀ ਗੱਲ ਹੈ। ਤੇ ਜੇ ਇੱਕ ਮੈਂਬਰ ਪਾਰਲੀਮੈਂਟ ਦਾ ਇਹ ਹਾਲ ਹੈ ਤੇ ਫਿਰ ਸਾਡੇ ਜੇ ਛੋਟੇ ਮੋਟੇ ਲੋਕਾਂ ਨੂੰ ਇੱਥੇ ਉਹਨਾਂ ਦੀ ਕੌਣ ਗੱਲ ਸੁਣੇਗਾ ਤੇ ਕੌਣ ਸਾਡੀ ਜਿਹੜੀ ਗੱਲ ਕਰੇਗਾ। ਬਿਲਕੁਲ, ਜੇਕਰ ਮੈਂ ਹੁਣ ਸਵੇਰ ਦੀ ਅਗਰ ਮੈਂ ਅਪਡੇਟ ਦੀ ਗੱਲ ਕਰਾਂ, ਦਰਸ਼ਕ ਵੀ ਜਾਣਨਾ ਚਾਹੁੰਦੇ ਹਨ ਕਿ ਅਪਡੇਟ ਜਿਹੜਾ ਸਵੇਰੇ ਆ ਰਿਹਾ ਸੀ ਕਿ ਲੀਗਲ ਟੀਮ ਦੇ ਤਰਫ ਤੋਂ ਚੈਲੰਜ ਕੀਤਾ ਜਾਏਗਾ ਉਸ ਨੋਟਿਸ ਨੂੰ ਜਿਸ ਬਿਹਾਫ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਥੇ ਰੋਕਿਆ ਗਿਆ ਹੈਗਾ। ਉਹ ਲੀਗਲ ਟੀਮ ਵੀ ਸਵੇਰੇ ਪੁੱਜਦੀ ਹੈਗੀ ਹੈ ਤੇ ਉਹ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਕਲੀਅਰ ਕਰੋ ਕਿ ਕਿੱਦਾਂ ਉਹ ਪ੍ਰੋਸੀਜਰ ਫੋਲੋ ਹੋਇਆ ਤੇ ਹੁਣ ਅੱਗੇ ਦੀ ਕੀ ਅਪਡੇਟ ਹੈ। ਉਹ ਜਿਹੜੀ ਲੀਗਲ ਟੀਮ ਦੀ ਇਹ ਗੱਲ ਹੈ ਕਿ ਅਸੀਂ ਤਰਲੋਕਨਾਥ ਗੁਪਤਾ ਜਿਹੜਾ ਕਿ ਵਕੀਲ ਐਡਵੋਕੇਟ ਆ, ਸਵੇਰੇ ਅਸੀਂ ਉਹਨਾਂ ਨੂੰ ਮਿਲੇ ਸੀ, ਉਹਨਾਂ ਨੂੰ ਇਹ ਗੱਲ ਦੱਸੀ ਹੈ ਕਿ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਆਓ, ਕੋਠੀਆਂ ਬਣਾਓ, ਮਕਾਨ ਲਓ, ਪਲਾਟ ਖਰੀਦੋ, ਤੇ ਇੱਕ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਵੜਨ ਨਹੀਂ ਦਿੰਦੇ ਤੇ ਬਾਹਰੀ ਲੋਕਾਂ ਨੂੰ ਤੁਸੀਂ ਸੱਦਾ ਪੱਤਰ ਦੇ ਰਹੇ ਹੋ। ਤੇ ਇਹ ਸਾਡੀ ਇਹ ਮੰਗ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜਾ ਸਾਡਾ ਕੇਸ ਲੜੋ, ਦਫਾ 144 ਜਿਹੜੀ ਲਗਾਈ ਦੀ ਹੈ ਉਸ ਨੂੰ ਤੁਸੀਂ ਚੈਲੰਜ ਕਰੋ। ਲੇਕਿਨ ਅੱਜ ਅਸੀਂ ਗਏ ਸੀ ਜ਼ਿਲ੍ਹੇ ਕੋਰਟ ਦੇ ਵਿੱਚ ਤੇ ਉੱਥੇ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਸੀ ਉਹ ਕਹਿਣ ਲੱਗੇ ਕਿ ਮੇਰੇ ਕੋਲ ਜਿਹੜੀਆਂ ਪਾਵਰਾਂ ਨੇ ਉਹ ਪਾਵਰਾਂ ਜੁਡੀਸ਼ੀਅਲ ਦੀਆਂ, ਐਡਮਿਨਿਸਟ੍ਰੇਟਿਵ ਮੇਰੇ ਕੋਲ ਪਾਵਰਾਂ ਨਹੀਂ ਹਨ। ਤੇ ਕੱਲ ਜਿਹੜੇ ਸੈਸ਼ਨ ਜੱਜ ਸਾਹਿਬ ਆਉਣਗੇ ਤਾਂ ਉਹ ਇਸ ਕੇਸ ਨੂੰ ਜਿਹੜਾ ਕਿ ਉਹ ਦੇਖਣਗੇ, ਕਿਉਂਕਿ ਸਾਡੇ ਕੋਲ ਕਾਨੂੰਨ ਹੈ ਇੱਕ, ਅਸੀਂ ਇੱਕ ਜੱਜ ਦਾ ਜਿਹੜਾ ਇਨਸਾਫ ਹੈ, ਜੱਜ ਨੂੰ ਜਿਸ ਨੂੰ ਅਸੀਂ ਪਰਮਾਤਮਾ ਮੰਨਦੇ ਹਾਂ ਕਿ ਕੋਰਟ ਇੱਕ ਜਿਹੜੀ ਹੈ ਇੱਕ ਭਗਵਾਨ ਦਾ, ਇੱਕ ਰੱਬ ਦਾ ਰੂਪ ਹੁੰਦਾ, ਤੇ ਅਸੀਂ ਕੋਰਟ ਦਾ ਵੀ ਦੇਖ ਲੈਂਦੇ ਹਾਂ ਕਿ ਕੋਰਟ ਕੀ ਡਿਸਾਈਡ ਕਰਦੀ ਹੈ ਕਿ ਇਹ ਗੱਲ ਜਾਇਜ਼ ਆ ਜਾਂ ਨਾਜਾਇਜ਼ ਹੈ, ਕਿ ਆਪਣੇ ਹਿੰਦੁਸਤਾਨ ਦੇ ਅੰਦਰ, ਆਪਣੇ ਹਿੰਦੁਸਤਾਨ ਵਿੱਚ ਹੀ ਨਹੀਂ ਟੱਪਣ ਦਿੱਤਾ ਜਾ ਰਿਹਾ, ਨਾ ਕਿ ਅਜਾਂ ਕੋਈ ਦੂਸਰਾ ਕੋਈ ਕੰਟਰੀ ਹੋਏ ਤੇ ਉੱਥੇ ਰੋਕੇ ਤੇ ਉਹਦਾ ਕੋਈ ਬਣਦਾ ਵੀ ਹੈ। ਤੇ ਇਹ ਸਵੇਰੇ ਹੁਣ ਜੱਜ ਸਾਹਿਬ ਦੇ ਉੱਪਰ ਹੈ ਕਿ ਕੱਲ ਜੱਜ ਸਾਹਿਬ ਆਉਣਗੇ ਤੇ ਉੱਥੇ ਜਾ ਕੇ ਜਿਹੜਾ ਕਿ ਉਹ ਕੇਸ ਫਾਈਟ ਕਰਨਗੇ ਤੇ ਅਸੀਂ ਤੇ ਹੁਣ ਕੋਰਟ ਦੇ ਉੱਪਰ ਸੁੱਟੇ ਦਾ ਕਿ ਕੋਰਟ ਜੋ ਫੈਸਲਾ ਦੇਗੀ ਉਹੀ ਸਾਨੂੰ ਮਨਜ਼ੂਰ ਹੋਏ। ਬਿਲਕੁਲ, ਟੂ ਦਾ ਫੇਅਰ ਜਜਮੈਂਟ ਜਿਹੜੀ ਪ੍ਰਧਾਨ ਸਾਹਿਬ ਹੋਰਾਂ ਨੇ ਕਹੀ ਹੈ ਕਿ ਸਾਨੂੰ ਉਮੀਦ ਹੈ ਕਿ ਨਿਆਂ ਜਿਹੜਾ ਜ਼ਰੂਰ ਮਿਲੇਗਾ ਔਰ ਜ਼ਰੂਰੀ ਤੌਰ ਤੇ ਜਿਹੜਾ ਜਵਾਬ ਮੰਗ ਰਹੇ ਹਨ ਉਹ ਸਾਰਿਆਂ ਦੇ ਨਜ਼ਰਾਂ ਦੇ ਵਿੱਚ ਔਰ ਦਿਲਾਂ ਦੇ ਵਿੱਚ ਖੜਕ ਰਿਹਾ ਹੈ ਕਿ ਕਿਸ ਬਿਹਾਫ ਤੇ ਰੋਕਿਆ ਗਿਆ ਹੈ। ਕਿਉਂਕਿ ਜੇਕਰ ਮੈਂ ਗੱਲ ਕਰਾਂ, ਮੈਂ ਪਹਿਲੇ ਹੀ ਕਿਹਾ ਕਿ ਕੋਈ ਵੀ ਇਹਨਾਂ ਦੀ ਸਿਕਿਉਰਿਟੀ ਜਿਹੜੀ ਆਪਣੇ ਨਾਲ ਨਹੀਂ ਲੈ ਕੇ ਆਉਂਦੇ ਹਨ, ਇੱਕ ਸਿਵਲ ਗੱਡੀ ਦੇ ਵਿੱਚ ਆਏ ਹਨ, ਕੋਈ ਵੀ ਐਸਾ ਮਾਹੌਲ ਜੇਕਰ ਮੈਂ ਗੱਲ ਕਰਾਂ ਕੱਲ ਸਵੇਰੇ ਤੋਂ ਹੀ ਐਸਾ ਕਨਫਰੰਟੇਸ਼ਨ ਦਾ ਨਹੀਂ ਬਣਿਆ ਜਿਹੜਾ ਕਿ ਮੈਂ ਕਹਾਂ ਕਿ ਸਾਡੀ ਜਿਹੜੀ ਆਪਸੀ ਭਾਈਚਾਰਾ ਉਹਨੂੰ ਸ਼ਰਮਸਾਰ ਕਰਨ ਵਾਲਾ ਐਸਾ ਤੇ ਕੋਈ ਵੀ ਵਤੀਰਾ ਜਿਹੜਾ ਇੱਥੇ ਨਹੀਂ ਕੀਤਾ ਗਿਆ ਹੈ। ਸਾਰੇ ਹੀ ਨੌਜਵਾਨ ਵੀਰ ਜੇਕਰ ਅਮਨ ਲਈ ਦੇਖਿਆ ਜਾਂਦਾ ਕਿ ਕੁਝ ਜਿਹੜੀ ਚੀਜ਼ਾਂ ਹੁੰਦੀਆਂ ਹਨ ਉਡੀਕ ਦੇ ਵਿੱਚ ਬੈਠਿਆ ਹੁੰਦਾ ਸਮਾਜ ਸਾਡਾ ਉਸ ਚੀਜ਼ ਨੂੰ ਉਛਾਲਣ ਦੇ ਲਈ, ਲੇਕਿਨ ਕਾਬਿਲੇ ਤਾਰੀਫ ਹੈ। ਮੈਂ ਉਚੇਚੇ ਤੌਰ ਤੇ ਇੱਥੇ ਦੇ ਨੌਜਵਾਨ ਨੂੰ ਕਾਬਿਲੇ ਤਾਰੀਫ ਕਹਿਣਾ ਚਾਹਾਂਗਾ ਕਿਉਂਕਿ ਅੱਜ ਕੱਲ੍ਹ ਸਾਰੇ ਹੀ ਪੜ੍ਹੇ ਲਿਖੇ ਲੋਕ ਅਮਨ ਸ਼ਾਂਤੀ ਸਾਰੇ ਹੀ ਚਾਹੁੰਦੇ ਹਨ। ਬੜਾ ਇੱਕ ਪਿਆਰ ਭਰਿਆ ਮੈਸੇਜ ਜਿਹੜਾ ਸਾਰੇ ਵੀਰਾਂ ਨੇ ਇੱਥੇ ਦਿੱਤਾ ਹੈ, ਇਸ ਗੱਲੋਂ ਸੰਗਤਾਂ ਵੱਲੋਂ ਵੀ ਬੜਾ ਹੀ ਪਿਆਰ ਇਹਨਾਂ ਨੂੰ ਮਿਲ ਰਿਹਾ ਸੀ। ਮੈਂ ਸੋਚਿਆ ਕਿ ਜਿਹੜਾ ਦਰਸ਼ਕਾਂ ਦੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣਾ ਉਹਨਾਂ ਦਾ ਇਹ ਮੈਸੇਜ ਸੀ। ਉਚੇਚੇ ਤੌਰ ਤੇ ਕਿੱਥੇ ਦੇ ਵੀਰਾਂ ਦਾ ਬੜਾ ਹੀ ਸਹਿਯੋਗ ਰਿਹਾ। ਜੇਕਰ ਮੈਂ ਗਿਣਤੀ ਦੀ ਗੱਲ ਕਰਾਂ ਚਾਹੇ ਹੀ ਕੋਰੀਡੋਰ ਦੇ ਉੱਤੇ ਘੱਟ ਹੈ, ਲੇਕਿਨ ਜਿੰਨੇ ਹਨ ਉਹਨਾਂ ਨੇ ਸਾਰਿਆਂ ਮੌਕਾ ਸਾਂਭਿਆ ਹੋਇਆ, ਬੜੇ ਪਿਆਰ ਦੇ ਨਾਲ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕਰ ਰਹੇ ਹਨ ਔਰ ਐਡਮਿਨਿਸਟ੍ਰੇਸ਼ਨ ਨੂੰ ਵੀ ਕਈ ਵਾਰੀ ਪਿੱਛੋਂ ਐਸੇ ਜਿਹੜੇ ਰੂਲਸ ਆਉਂਦੇ ਹਨ ਜਾਂ ਨੋਟਿਸ ਆਉਂਦੇ ਹਨ ਉਹ ਵੀ ਚਾਹੁੰਦੇ ਹਨ ਕਿ ਐਸੇ ਕਨਫਰੰਟੇਸ਼ਨ ਨਾ ਹੋਏ ਪੁਲਿਸ ਦੇ ਨਾਲ, ਤਾਂ ਕਿ ਜਮਹੂਰੀਅਤ ਨਾਲ बढ़ते ਹੋਏ ਹੱਕ ਨਾਲ ਵੈਲਿਡ ਤਰੀਕੇ ਨਾਲ ਆਪਣੇ ਜਵਾਬ ਜਿਹੜੇ ਐਡਮਿਨਿਸਟ੍ਰੇਸ਼ਨ ਤੋਂ ਮੰਗ ਸਕਾਂ। ਉਹ ਸਾਰੇ ਹੀ ਵੀਰਾਂ ਨੇ ਬੜਾ ਹੀ ਵਧੀਆ ਤਰੀਕੇ ਦਾ ਉਹ ਕੀਤਾ ਹੈ। ਆਖਰੀ ਸਵਾਲ ਮੈਂ ਹੁਣ ਪੁੱਛਣਾ ਚਾਹਾਂਗਾ ਤੁਹਾਡੇ ਕੋਲ, ਹੁਣ ਸਵੇਰੇ ਦੀ ਕੀ ਕਾਰਗੁਜ਼ਾਰੀ ਹੈ, ਕੀ ਵੇਖ ਰਹੇ ਹੋ ਹੁਣ ਸਵੇਰੇ ਦਾ? ਕਿਉਂਕਿ ਇੱਕ ਰਾਤ ਤਾਂ ਗੁਜ਼ਰ ਗਈ, ਅੱਜ ਦੂਜੀ ਰਾਤ ਵੀ ਗੁਜ਼ਰਨ ਨੂੰ ਬਿਲਕੁਲ ਤਿਆਰ ਹੈ। ਹੁਣ ਸਵੇਰੇ ਦਾ ਕੀ ਦੇਖਦੇ ਹੋ ਕਿ ਜਿਹੜਾ ਨੋਟਿਸ ਦਿੱਤਾ ਹੋਇਆ ਉਸ ਦੇ ਉੱਪਰ ਕਦੋਂ ਤੱਕ ਕਾਰਵਾਈ ਹੋ ਸਕਦੀ ਹੈ ਜਿਹੜੀ ਅਗਲੀ ਅਪਡੇਟ ਦੀ ਉਡੀਕ ਸੰਗਤ ਕਰ ਰਹੀ ਹੈ? ਹੁਣ ਕੱਲ ਸੈਸ਼ਨ ਜੱਜ ਸਾਹਿਬ ਕੋਲ ਪੇਸ਼ ਹੋਏਗਾ, ਜਵਾਬੀ ਦਾਵਾ ਡਿਪਟੀ ਕਮਿਸ਼ਨਰ ਵਗੈਰਾ ਦੇਣਗੇ ਤੇ ਉਹਦੇ ਉੱਪਰ ਜੱਜ ਜੋ ਡਿਸੀਜਨ ਲਏਗਾ ਉਹਦੇ ਬਾਅਦ ਮਾਨ ਸਾਹਿਬ ਨਾਲ ਜਿਸ ਤਰ੍ਹਾਂ ਮਾਨ ਸਾਹਿਬ ਨੂੰ ਜਿਸ ਤਰ੍ਹਾਂ ਕਿ ਇਹ ਡਿਸੀਜਨ ਲੈਣਗੇ ਤਾਂ ਉਹੀ ਸਾਡੀ, ਕਿਉਂਕਿ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇੱਥੋਂ ਦੀ ਸੰਗਤ ਜਿਹੜੀ ਹੈ ਉਹ ਇਹਨਾਂ ਦੇ ਫੈਸਲੇ ਉੱਪਰ ਹੈ। ਜਿਸ ਤਰ੍ਹਾਂ ਉਹ ਕਹਿਣਗੇ ਤੇ ਠੀਕ ਹੈ, ਜੇ ਉਹ ਕਹਿਣਗੇ ਕਿ ਧਰਨਾ ਵਧਾਉਣਾ ਤੇ ਕੋਈ ਗੱਲ ਨਹੀਂ, ਗੁਰੂ ਦਾ ਲੰਗਰ ਚੱਲ ਰਿਹਾ ਸਵੇਰੇ ਸ਼ਾਮੀ ਦੁਪਹਿਰੀ। ਮੈਂ ਰੋਕਣਾ ਚਾਹਾਂਗਾ, ਅਗਲਾ ਸਵਾਲ ਮੇਰਾ ਇਹਦੇ ਉੱਪਰ ਹੀ ਸੀ ਕਿਉਂਕਿ ਜਿੱਦਾਂ ਮੈਂ ਲਾਈਵ ਕੀਤਾ ਮੈਂ ਕਹਿ ਰਿਹਾ ਸੀ ਬਿਲਕੁਲ ਬਲੈਕ ਆਊਟ ਹੈ ਇਸ ਚੀਜ਼ ਦੇ ਉੱਤੇ ਨਾ, ਪਾਣੀ ਦਾ ਵੀ ਮੈਂ ਦੇਖਿਆ ਨਹੀਂ ਅੱਗੇ ਪਿੱਛੇ ਕੋਈ ਪ੍ਰਬੰਧ ਹੈ ਜਾਂ ਟਾਇਲਟ ਦਾ ਕੋਈ ਮੈਂ ਦੇਖਿਆ ਨਹੀਂ ਇੱਥੇ ਪ੍ਰਬੰਧ ਹੈਗਾ। ਕੀ ਦੇਖਦੇ ਹੋ ਇਸ ਚੀਜ਼ ਨੂੰ, ਹੋਣਾ ਚਾਹੀਦਾ ਸੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਾਂ ਐਸਾ ਕੁਝ? ਇਹ ਐਡਮਿਨਿਸਟ੍ਰੇਸ਼ਨ ਦੀ ਇੱਕ ਡਿਊਟੀ ਬਣਦੀ ਹੈ ਕਿ ਜਿੱਥੇ ਕੋਈ
ਇੱਕ ਮੌਜੂਜ਼ ਹਸਤੀ ਜਿੱਥੇ ਆਈ ਦੀ ਹੋਏ ਉੱਥੇ ਉਹਦੇ ਵਾਸਤੇ ਸਾਰਾ ਬੰਦੋਬਸਤ ਕਰਨਾ। ਲੇਕਿਨ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਰੋਲ ਜਿਹੜਾ ਹੈ, ਇਸ ਤਰ੍ਹਾਂ ਬੋਲ ਚਾਲ ਗੱਲਬਾਤ ਸਾਡੇ ਨਾਲ ਸਾਰੀ ਠੀਕ ਆ, ਆਉਂਦੇ ਆ, ਪਤਾ ਸ਼ਤਾ ਕਰਦੇ ਆ, ਪੁੱਛ ਪਛ ਲੈਂਦੇ ਆ, ਤੇ ਲੇਕਿਨ ਜਿਹੜੀਆਂ ਸਹੂਲਤਾਂ ਚਾਹੀਦੀਆਂ ਸੀ ਲੇਕਿਨ ਉਹ ਸਹੂਲਤਾਂ ਇੱਥੇ ਨਹੀਂ ਮਿਲ ਰਹੀਆਂ। ਬਹੁਤ ਬਹੁਤ ਧੰਨਵਾਦ ਸਰਦਾਰ ਚਰਨਜੀਤ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਐਂਡ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਇਆ। ਸਾਰੀ ਪਲ ਦੀ ਅਪਡੇਟ ਜਿਹੜੀ ਅੱਜ ਪੂਰਨ ਰੂਪ ਤੋਂ ਦਿਨ ਦੀ ਸੀ ਤੁਹਾਡੇ ਤੱਕ ਪਹੁੰਚਾਈ ਹੈ। ਲਾਈਵ ਵਿਜ਼ੂਅਲਸ ਆਪਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਪਹੁੰਚਾਈਏ, ਕਿਉਂਕਿ ਸਵੇਰ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਸਾਰੀ ਸੰਗਤ ਉਡੀਕ ਕਰ ਰਹੀ ਸੀ ਕਿ ਕਦੋਂ ਲਾਈਵ ਅਪਡੇਟ ਜਿਹੜਾ ਇਕਬਾਣੀ ਚੈਨਲ ਤੇ ਆਏ ਤੇ ਸਾਡੇ ਤੱਕ ਵੀ ਉਹ ਖਬਰ ਪੁੱਜੇ ਕਿ ਉੱਥੇ ਜਿਹੜਾ ਕਾਰਗੁਜ਼ਾਰੀ ਹੋ ਰਹੀ ਹੈ। ਹੁਣ ਮੈਂ ਦੁਬਾਰਾ ਤੋਂ ਕੋਸ਼ਿਸ਼ ਕਰਾਂਗਾ ਕਿ ਇੱਕ ਵਾਰੀ, ਕਿਉਂਕਿ ਔਰ ਵੀਰ ਦੀ ਮੈਂ ਦੇਖ ਰਿਹਾ ਕਿ ਫਲੈਸ਼ ਲਾਈਟਾਂ ਜਿਹੜੀ ਦੁਬਾਰਾ ਆਨ ਹੋ ਚੁੱਕੀਆਂ ਹਨ, ਸਹੀ ਤਰੀਕੇ ਦੇ ਨਾਲ ਤੁਹਾਨੂੰ ਉਹ ਆਟੋ ਜ਼ਰੂਰ ਦੱਸ ਸਕਾਂ ਜਿਹੜਾ ਕਿ ਟੈਂਟ ਦੇ ਨਾਲ, ਉਹਦੇ ਨਾਲ, ਤਰਪਾਲ ਦੇ ਨਾਲ ਕਵਰ ਕੀਤਾ ਹੋਇਆ, ਜਿਸ ਦੇ ਵਿੱਚ ਸਰਦਾਰ ਸਿਮਰਨਜੀਤ ਜੀ ਮਾਨ ਜੀ ਹਨ। ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਹ ਵਿਜ਼ੂਅਲ ਦੁਬਾਰਾ ਦੱਸ ਸਕਾਂ। ਇਹ ਤੁਸੀਂ ਲਾਈਵ ਜਿਹੜਾ ਇਸ ਟਾਈਮ ਵਿਜ਼ੂਅਲਸ ਦੇਖ ਰਹੇ ਹੋ, ਇਹ ਉਹ ਆਟੋ ਹੈ ਜਿਸ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਇਸ ਵਕਤ ਰੁਕੇ ਹੋਏ ਹਨ। ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਇਲੈਕਟਡ ਮੈਂਬਰ ਹਨ, ਮੈਂਬਰ ਆਫ ਪਾਰਲੀਮੈਂਟ, ਤੇ ਰੁਕ ਇਹ ਕਿਧਰ ਵੀ ਸਕਦੇ ਹਨ, ਲੇਕਿਨ ਆਪਣੀ ਸੰਗਤ ਦੇ ਨਾਲ ਰੁਕਣਾ ਇਹਨਾਂ ਨੇ ਲਾਜ਼ਮੀ ਸਮਝਿਆ। ਤੇ ਉਹਨਾਂ ਨੇ ਸੰਗਤ ਦੇ ਨਾਲ ਹੀ ਵਿਚਰਨਾ ਜਿਹੜਾ ਲਾਜ਼ਮੀ ਸਮਝਿਆ। ਆਪਾਂ ਉਹਨਾਂ ਦੀ ਸ਼ਖਸੀਅਤ ਨੂੰ ਜਾਣਦੇ ਵੀ ਹਾਂ, ਸਾਰੀ ਸਿੱਖ ਸੰਗਤ ਉਹਨਾਂ ਨੂੰ, ਇਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਨਾਂ ਨੂੰ ਜਾਣਦੀ ਵੀ ਹੈ। ਆਪਾਂ ਕੱਲ ਤੋਂ ਹੀ ਕੋਸ਼ਿਸ਼ ਕੀਤੀ ਹੈ ਹਰ ਇੱਕ ਲਾਈਵ ਵਿਜ਼ੂਅਲ ਤੁਹਾਡੇ ਤੱਕ ਪਹੁੰਚਾ ਸਕੀਏ, ਤੇ ਆਪਣੀ ਆਪਣੀ ਪ੍ਰਤੀਕਿਰਿਆ ਸਾਰੀ ਹੀ ਸਿੱਖ ਸੰਗਤ ਜਿਹੜੀ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਚਾਹੇ ਉਹ ਜੰਮੂ ਕਸ਼ਮੀਰ ਦੇ ਵਿੱਚ ਵਸਦੀ ਹੈ ਜਾਂ ਇਸ ਸੰਸਾਰ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਵਸਦੀ ਹੈ, ਉਹ ਆਪਣੇ ਆਪਣੇ ਕਮੈਂਟ ਦੇ ਰਾਹੀਂ ਆਪਣਾ ਜਿਹੜਾ ਸਵਾਲ ਹੈ ਉਹ ਪੁੱਛ ਰਹੇ ਹਨ, ਅਤੇ ਜਿਹੜਾ ਇੱਕ ਕਨਫਰੰਟੇਸ਼ਨ ਨਾ ਹੋਏ ਉਸ ਦੇ ਬਾਰੇ ਦੇ ਵਿੱਚ ਵੀ ਕਹਿ ਰਹੇ ਹੈਗੇ ਹਨ ਕਿ ਸ਼ਾਂਤੀ ਜਿਹੜੀ ਹੈ ਉਹ ਜ਼ਰੂਰ ਬਣਾ ਕੇ ਰੱਖਣੀ ਹੈ, ਅਤੇ ਨਾਲ ਹੀ ਇਹ ਜਿਹੜਾ ਕੰਮ ਹੋ ਰਿਹਾ ਹੈ ਰੋਕਣ ਦਾ, ਉਸ ਦੇ ਉੱਪਰ ਵੀ ਹਰ ਇੱਕ ਨੌਜਵਾਨ ਬਜ਼ੁਰਗ ਜਾਂ ਸਾਡੀ ਜਿਹੜੀ ਭੈਣਾਂ ਹਨ ਸੋਸ਼ਲ ਮੀਡੀਆ ਦੇ ਰਾਹੀਂ ਉਹ ਵੀ ਦੇਖ ਰਹੀਆਂ ਹਨ ਕਿ ਐਸਾ ਕੰਮ ਜਿਹੜਾ ਨਹੀਂ ਹੋਣਾ ਚਾਹੀਦਾ ਸੀ, ਉਹ ਗਲਤ ਹੈ, ਤਾਂ ਕਿ ਇੱਕ ਪੋਜ਼ਿਟਿਵ ਮੈਸੇਜ ਜਾਂਦਾ ਅਗਰ ਉਹ ਇਕੱਲੇ ਵੀ ਜਾਂਦੇ ਤੇ। ਜਿੱਦਾਂ ਆਪਾਂ ਕੱਲ ਵੀ ਦੇਖਿਆ ਨਾ ਕਿ 144 ਜਿਹੜੀ ਇੰਪੋਜ਼ ਕੀਤੀ ਹੋਈ ਸੀ, ਉਹਨਾਂ ਨੂੰ ਵੇਖਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਇਕੱਲੇ ਹੀ ਸਾਥ ਚਲੇ ਗਏ ਸਨ, ਅੱਗੇ ਆਪਣਾ ਬੈਗ ਲੈ ਕੇ ਕਿਸੇ ਨੂੰ ਨਾਲ ਲੈ ਕੇ ਨਹੀਂ ਗਏ, ਤਾਂ ਕਿ ਆਪਾਂ ਅਗਰ 144 ਇੰਪੋਜ਼ ਹੈ ਤਾਂ ਆਪਾਂ ਇਕੱਲੇ ਹੀ ਚੱਲ ਪੈਂਦੇ ਹਾਂ। ਇੱਕ ਬੜਾ ਹੀ ਸ਼ਾਂਤੀਮਈ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਐਜੀਟੇਸ਼ਨ ਹੈ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਰੱਖਿਆ ਸੀ। ਇਹ ਲਾਈਵ ਵਿਜ਼ੂਅਲ ਇਸ ਵੇਲੇ ਤੁਸੀਂ ਵੇਖ ਪਾ ਰਹੇ ਹੋ, ਔਰ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ ਕਿ ਜਦੋਂ ਹੀ ਲਾਈਟ ਦੁਬਾਰਾ ਵਾਪਸ ਆਉਂਦੀ ਹੈ ਤੇ ਫਿਰ ਤੋਂ ਇੱਕ ਵਾਰੀ ਵਿਜ਼ੂਅਲ ਦੱਸ ਸਕਾਂ, ਕਿਉਂਕਿ ਕਾਫੀ ਹੱਦ ਤੱਕ ਇਸ ਟਾਈਮ ਕੰਪਲੀਟ ਬਲੈਕ ਆਊਟ ਸੀ, ਤੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਸ ਵਕਤ ਅਸੀਂ ਲਾਈਵ ਵਿਜ਼ੂਅਲ ਤੁਹਾਡੇ ਤੱਕ ਪਹੁੰਚਾ ਪਾ ਰਹੇ ਹਾਂ, ਔਰ ਕੋਸ਼ਿਸ਼ ਕਰਾਂਗਾ ਕਿ ਦੁਬਾਰਾ ਤੁਹਾਡੇ ਨਾਲ ਜਲਦੀ ਹੀ ਜੁੜਾਂ ਜਿੱਦਾਂ ਹੀ ਲਾਈਟ ਆਉਂਦੀ ਹੈ। ਇਸੇ ਅਪਡੇਟ ਦੇ ਰਾਹੀਂ ਉਮੀਦ ਸੀ ਕਿ ਸਾਰੀ ਸੰਗਤ ਨੂੰ ਕਿ ਇਕਬਾਣੀ ਚੈਨਲ ਦੇ ਉੱਤੇ ਕਦੋਂ ਲਾਈਵ ਵਿਜ਼ੂਅਲਸ ਆਉਣਗੇ ਔਰ ਅਪਡੇਟ ਸਾਡੇ ਤੱਕ ਪੁੱਜਣਗੇ। ਅਪਡੇਟ ਇਹੀ ਹੈਗਾ ਕਿ ਅੱਜ ਵੀ ਡਟੇ ਹੋਏ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਕੋਰੀਡੋਰ ਦੇ ਉੱਤੇ, ਔਰ ਕੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਜੁਡੀਸ਼ਰੀ ਦੀ ਤਰਫ ਤੋਂ, ਸੈਸ਼ਨ ਕੋਰਟ ਦੀ ਤਰਫ ਤੋਂ ਕੀ ਆਰਡਰ ਆਉਂਦਾ ਹੈਗਾ, ਕਿ ਅੱਗੇ ਦੀ ਕੀ ਕਾਰਵਾਈ ਰਹੇਗੀ, ਕਿਉਂਕਿ ਉਹਨਾਂ ਤਰਫ ਤੋਂ ਕਿਹਾ ਗਿਆ ਕਿ ਜੋ ਵੀ ਕੋਰਟ ਦਾ ਡਿਸੀਜਨ ਹੋਏਗਾ ਮੈਨੂੰ ਮਨਜ਼ੂਰ ਹੈ, ਕਿਉਂਕਿ ਜਮਹੂਰੀਅਤ ਦਾ ਇੱਥੇ ਦਾ ਹੋਣ ਦੇ ਨਾਤੇ ਮੇਰਾ ਇੱਕ ਜਮਹੂਰੀਅਤ ਭਰਿਆ ਹੱਕ ਹੈ ਕਿ ਮੈਂ ਆਪਣਾ ਜਵਾਬ ਜਿਹੜਾ ਜ਼ਰੂਰ ਲੈ ਕੇ ਜਾਵਾਂਗਾ ਕਿ ਮੈਨੂੰ ਕਿਸ ਬਿਹਾਫ ਤੇ ਰੋਕਿਆ ਹੋਇਆ। ਉਹ ਲਾਈਵ ਲਾਈਵ ਵਿਜ਼ੂਅਲ ਤੁਸੀਂ ਦੇਖ ਰਹੇ ਹੋ। ਕੋਰੀਡੋਰ ਕਠੂਆ ਲਖਨਪੁਰ ਤੋਂ, ਜਿੱਥੋਂ ਕਿ ਕੱਲ ਤੋਂ ਹੀ ਦੁਪਹਿਰ ਤੋਂ ਇੱਥੇ ਪੁੱਜੇ ਸਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਔਰ ਅੱਜ ਫਿਲਹਾਲ ਕਾਫਿਲਾ ਉੱਥੇ ਹੀ ਰੁਕਿਆ ਹੋਇਆ ਹੈ। ਸਰਦਾਰ ਚਰਨਜੀਤ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਐਂਡ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਵਿਚਾਰ ਤੁਸੀਂ ਸੁਣੇ ਹਨ।
ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਮੈਂ ਚਾਹਾਂਗਾ ਕਿ ਜਿਹੜੇ ਸਿੱਖ ਨੁਮਾਇੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਸਕਾਂ ਤੇ ਸਾਰਿਆਂ ਦੇ ਵਿਊ ਹੀ ਲੈਣਾ ਜ਼ਰੂਰੀ ਹੈ ਕਿਉਂਕਿ ਸਵੇਰੇ ਤੋਂ ਹੀ ਇਹਨਾਂ ਦੀ ਹਾਜ਼ਰੀ ਇੱਥੇ ਲੱਗੀ ਹੋਈ ਹੈ। ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਹੀ ਵੀਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਏ ਕਿਉਂਕਿ ਪ੍ਰਤੀਕਿਰਿਆ ਲੈਣਾ ਬੇहद ਜ਼ਰੂਰੀ ਹੈ। ਇੱਕ ਸ਼ਾਂਤੀ ਦਾ ਜਿਹੜਾ ਸਲੀਕਾ ਜਿਹੜਾ ਸਾਰੇ ਹੀ ਨੌਜਵਾਨ ਵੀਰਾਂ ਨੇ ਦਿੱਤਾ ਹੈ, ਮੈਂ ਕੋਸ਼ਿਸ਼ ਕਰਾਂਗਾ ਕਿ ਛੋਟੀ ਛੋਟੀ ਗੱਲਬਾਤ ਜ਼ਰੂਰ ਤੁਹਾਡੇ ਤੱਕ ਪਹੁੰਚਾ ਸਕਾਂ। ਜਿੱਦਾਂ ਕਿ ਆਪਾਂ ਥੋੜੀ ਦੇਰ ਪਹਿਲੇ ਹੀ ਕਿਹਾ ਸੀ ਕਿ ਲਾਈਟ ਜਿਹੜੀ ਹੈ ਪੂਰਨ ਰੂਪ ਤੋਂ ਕਾਫੀ ਦੇਰ ਤੋਂ ਨਹੀਂ ਹੈ, ਜਦੋਂ ਦੇ ਆਪਾਂ ਇੱਥੇ ਖੜੇ ਹਾਂ 3-4 ਘੰਟੇ ਹੋ ਗਏ। ਤਾਂ ਹੁਣ ਮੈਂ ਜਿੱਦਾਂ ਹੀ ਕਿਹਾ ਕਿ ਨੌਜਵਾਨਾਂ ਨੇ ਪ੍ਰਦਰਸ਼ਨ ਬੇहद ਖੂਬਸੂਰਤ ਕੀਤਾ ਹੈ ਤੇ ਪਰਮਾਤਮਾ ਦੀ ਦੇਣ ਹੀ ਸਮਝ ਲਓ ਕਿ ਜਿੱਦਾਂ ਰੂਬਰੂ ਕਰਨ ਲੱਗਿਆ ਉੱਦਾਂ ਹੀ ਉਹ ਲਾਈਟ ਜਿਹੜੀ ਚੱਲ ਪਈ ਹੈ। ਸਭ ਤੋਂ ਪਹਿਲਾਂ ਮੈਂ ਇਕਬਾਣੀ ਚੈਨਲ ਤੇ ਵੀਰ ਜੀ ਆਪ ਜੀ ਸਾਰਿਆਂ ਦਾ ਹੀ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਜਿਹੜਾ ਕਿ ਸੰਗਤਾਂ ਦਾ ਹਜੂਮ ਜਿਹੜਾ ਤੁਹਾਨੂੰ ਵੇਖ ਪਾ ਰਿਹਾ, ਜੰਮੂ ਕਸ਼ਮੀਰ ਹੋਏ ਜਾਂ ਬਾਹਰ ਵਸਦੀ ਸੰਗਤ ਹੋਏ, ਉਹ ਤੁਹਾਨੂੰ ਲਾਈਵ ਸੁਣ ਰਹੀ ਹੈ ਇਸ ਵਕਤ। ਮੈਂ ਜ਼ਰੂਰ ਇਸ ਚੀਜ਼ ਨਾਲ ਸ਼ੁਰੂਆਤ ਕਰਾਂਗਾ ਸਭ ਤੋਂ ਪਹਿਲੇ ਕਿ ਕੀ ਵੇਖਦੇ ਹੋ ਅੱਜ ਦੇ ਇੰਸੀਡੈਂਟ ਨੂੰ ਲੈ ਕੇ ਔਰ ਕੀ ਤੁਹਾਡਾ ਵਿਚਾਰ ਹਨ ਕਿ ਕੱਲ੍ਹ ਜ਼ਿਲ੍ਹੇ ਕੋਰਟ ਦਾ ਫੈਸਲਾ ਆਏਗਾ ਤੇ ਕਿੱਦਾਂ ਤੁਸੀਂ ਪੋਜ਼ਿਟਿਵ ਮੈਸੇਜ ਦੇ ਰਾਹੀਂ ਸੰਗਤਾਂ ਤੱਕ ਤੁਸੀਂ ਆਪਣੇ ਦੇਖੋ ਜੀ। ਗੱਲ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਮੈਂ ਸੰਗਤਾਂ ਨੂੰ ਕਹਾਂਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਸਿੱਖ ਸਮਾਜ ਦੇ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ। ਉਹ ਸਾਡੇ MP ਸਾਹਿਬ ਸੰਗਰੂਰ ਤੋਂ ਆਦਰਨੀय ਸਿਮਰਜੀਤ ਸਿੰਘ ਮਾਨ ਸਾਹਿਬ ਸਾਡੇ ਕੋਲ ਪਧਾਰੇ ਨੇ। ਉਹ ਸਾਡੀ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਇਹ ਡਿਊਟੀ ਬਣਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਨਿਯੋਤਾ ਦਿੱਤਾ ਜਾਂਦਾ ਔਰ ਉਹਨਾਂ ਦਾ ਵੈਲਕਮ ਕੀਤਾ ਜਾਂਦਾ। ਉਸ ਤਰੀਕੇ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਚਰਨਜੀਤ ਸਿੰਘ ਭੋਲਾ ਸਾਹਿਬ ਨੇ ਤੁਹਾਨੂੰ ਅੱਗੇ ਵਿਸਤਾਰ ਨੇ ਸਭ ਕੁਝ ਦੱਸ ਦਿੱਤਾ, ਕਿਉਂਕਿ ਆਪਣਾ ਡਿਸਟ੍ਰਿਕਟ ਗੁਰਦੁਆਰੇ ਦਾ ਪ੍ਰਧਾਨ ਇੱਕ ਨੁਮਾਇੰਦਾ ਹੁੰਦਾ ਆਪਣਾ ਡਿਸਟ੍ਰਿਕਟ ਦਾ, ਤੇ ਉਹਨਾਂ ਨੇ ਸਾਰੇ ਵਿਸਤਾਰ ਨਾਲ ਤੁਹਾਨੂੰ ਸਾਰੀ ਗੱਲਾਂ ਸਮਝਾਈਆਂ ਕਿ ਕੀ ਆਪਣਾ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪਿਆ, ਕਿਸ ਤਰੀਕੇ ਨਾਲ। ਜਿਸ ਤਰ੍ਹਾਂ ਬਲੈਕ ਆਊਟ, ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਅਸੀਂ ਸੁਣਦੇ ਸੀ, ਬਲੈਕ ਆਊਟ ਉਸ ਵੇਲੇ ਹੁੰਦਾ ਸੀ ਕਿ ਜਦੋਂ ਆਪਣਾ ਫੌਜਾਂ ਲੜਦੀਆਂ ਸਨ ਤੇ ਕਿਸੇ ਦੇਸ਼ ਦੇ ਉੱਪਰ ਕਿਸੇ ਚੀਜ਼ ਨੇ ਅਟੈਕ ਕਰਨਾ ਹੁੰਦਾ ਸੀ। ਬਟ ਇੱਕ MP ਸਾਹਿਬ ਸਾਡੇ ਸਿੱਖੀਜ਼ਮ ਤੇ ਜੰਮੂ ਕਸ਼ਮੀਰ ਦੇ ਵਿੱਚ ਵਧਾਰੇ ਨੇ ਤੇ ਇੱਥੇ ਬਲੈਕ ਆਊਟ ਦਾ ਮਾਹੌਲ ਬਣਿਆ ਹੋਇਆ। ਇਹ ਹੁਣੀ 2 ਮਿੰਟ ਪਹਿਲੇ ਜਦੋਂ ਪ੍ਰਧਾਨ ਸਾਹਿਬ ਸਾਡੇ ਆਪਣਾ ਵਿਜ਼ੂਅਲ ਆਪਣਾ ਤੁਹਾਡੇ ਲਾਈਵ ਟੈਲੀਕਾਸਟ ਕਰ ਰਹੇ ਸਨ, ਇਸ ਵੇਲੇ ਆਪਣਾ ਲਾਈਟਾਂ ਬੰਦ ਸਨ ਤੇ ਹੁਣੀ 2 ਮਿੰਟ ਪਹਿਲਾਂ ਹੀ ਇਹ ਲਾਈਟਾਂ ਇਹਨਾਂ ਨੇ ਖੋਲ੍ਹੀਆਂ। ਤੇ ਬੜੀ ਸ਼ਰਮਨਾਕ ਗੱਲ ਹੈ ਸਾਡੇ ਲੋਕਾਂ ਵਾਸਤੇ, ਕਿਉਂਕਿ ਸਾਡੇ ਲੋਕਾਂ ਦੀ ਜਿਹੜੀ ਮਿਨੋਰਟੀ ਕੋਟਾ ਹੈ ਉਹ ਬੜਾ ਘੱਟ ਹੈ ਤੇ ਆਪਣਾ ਸਾਡੇ ਲੋਕਾਂ ਦੀ ਸੁਣਵਾਈ ਘੱਟ ਹੈ, ਕਿਉਂਕਿ ਆਪਣਾ ਪੂਰੇ ਮੈਜੋਰਟੀ ਨਾਲ ਦੇਖਿਆ ਜਾਵੇ। ਲੇਕਿਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦਾ ਇੱਕ ਵਿਉਰਾ ਦੇਣਾ ਚਾਹਾਂਗਾ ਕਿ ਇੱਕ MP ਸਾਡਾ ਸਿੱਖ MP ਜੰਮੂ ਕਸ਼ਮੀਰ ਦੀ ਧਰਤੀ 'ਚ ਆਪਣਾ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਇੱਕ ਆਪਣਾ MP ਆਪਣਾ ਜਿੱਤਿਆ ਹੋਇਆ ਨੁਮਾਇੰਦਾ ਹੈ ਔਰ ਆਪਣਾ ਉਹ ਜੰਮੂ ਕਸ਼ਮੀਰ ਦੇ ਆਪਣੇ ਸਿੱਖਾਂ ਦਾ ਹਾਲ ਛੱਟੀ ਸਿੰਘਪੁਰਾ ਦੇ ਲੋਕਾਂ ਨੂੰ ਦੇਖਣ ਜਾ ਰਿਹਾ ਸੀ। ਸਾਡੇ ਡਿਸਟ੍ਰਿਕਟ ਗੁਰਦੁਆਰਾ ਨੂੰ ਆਪਣਾ ਉਹਨਾਂ ਨੇ ਇਨਵਾਈਟ ਸਨ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਿ ਸਿੱਖਾਂ ਦਾ ਕਿਹੋ ਜਿਹਾ ਮਾਹੌਲ ਹੈ ਜੰਮੂ ਕਸ਼ਮੀਰ ਦੇ ਵਿੱਚ। ਤੇ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਅਗਰ ਤੁਸੀਂ ਕਿਸੇ ਆਪਣਾ ਸਪੈਸ਼ਲ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਫੋਰਸਾਂ ਲਾ ਕੇ ਉਹਨਾਂ ਨੂੰ ਰੋਕਦੇ ਹੋ ਤੇ ਇੱਕ ਬੜੀ ਨਿੰਦਨੀय ਗੱਲ ਹੈ ਕਿ ਉਹਨਾਂ ਨੇ ਐਸਾ ਕੀ ਨਾ ਇਸ ਵੇਲੇ ਤੱਕ ਉਹਨਾਂ ਨੇ ਕੋਈ ਐਸਾ ਬਿਆਨ ਦਿੱਤਾ, ਨਾ ਹੀ ਉਹਨਾਂ ਨੇ ਐਸਾ ਕੋਈ ਪ੍ਰਚਾਰ ਕੀਤਾ ਜਿਹਦੇ ਤਹਿਤ ਉਹਨਾਂ ਨੂੰ ਰੋਕਿਆ ਜਾਵੇ। ਤੇ ਮੈਨੂੰ ਲੱਗਦਾ ਕਿ ਜਿਹੜੇ ਮੇਰੇ ਪਿੱਛੇ ਬੂਥ ਲੱਗੇ ਨੇ, ਜਿੰਨੀ ਗਵਰਨਮੈਂਟ ਦੀਆਂ CIDਆਂ ਤੇ ਡਿਪਾਰਟਮੈਂਟ ਇੱਥੇ ਕੰਮ ਕਰ ਰਹੇ ਨੇ, ਉਹ ਸੋਚ ਰਹੇ ਨੇ ਕਿ ਉਹ ਇਸ ਤਰ੍ਹਾਂ ਦਾ ਕੋਈ ਬਿਆਨ ਦੇਣ ਤਾਂ ਕਿ ਆਪਣਾ ਜਿੰਨੇ ਵੀ ਲੋਕ ਸਾਡੇ ਇੱਥੇ ਉਹਨਾਂ ਨੂੰ ਆਪਣਾ ਵੈਲਕਮ ਕਰਨਾ ਹੈ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਏ। ਨਹੀਂ ਬਿਲਕੁਲ, ਮੈਂ ਪਹਿਲੇ ਹੀ ਕਿਹਾ ਕਿ ਬੜਾ ਹੀ ਪੋਜ਼ਿਟਿਵ ਮੈਸੇਜ ਜਿੰਨੇ ਕਿ ਸਾਡੇ ਨੌਜਵਾਨ ਵੀਰ ਇੱਥੇ ਖੜੇ ਹਨ, ਕਿਉਂਕਿ ਆਪਾਂ ਵੀ ਇਸ ਦੇਸ਼ ਦੇ ਬਾਸ਼ਿੰਦੇ ਆ ਨਾ, ਇਸ ਚੀਜ਼ ਨੂੰ ਐਕਸੈਪਟ ਕਰਨਾ ਸਾਡਾ ਫਰਜ਼ ਬਣਦਾ ਕਿ ਆਪਾਂ ਵੀ ਹੱਕ ਰੱਖਦੇ ਹਾਂ ਡੈਮੋਕ੍ਰੇਸੀ ਦੇ ਅੰਦਰ। ਆਪਣੇ ਲੀਗਲ ਰਾਈਟਸ ਸਾਨੂੰ ਪਤਾ ਹੋਣੇ ਚਾਹੀਦੇ ਆਪਣੇ ਕੀ ਹੈ। ਉਸੇ ਆਧਾਰ ਦੇ ਉੱਤੇ ਵੀ ਪ੍ਰਧਾਨ ਸਾਹਿਬ ਉਹਨਾਂ ਨੇ ਜਿਹੜੇ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਜਾਂ ਜਿੰਨਾ ਵੀ ਯੂਥ ਆ, ਉਹਨਾਂ ਨੇ ਇੱਕ ਆਪਣੇ ਦਾਇਰੇ ਦੇ ਅੰਦਰ ਰਹਿੰਦੇ ਹੋਏ ਇੱਕ ਸਿੰਪਲ ਜਿਹਾ ਕੁਐਸਚਨ ਪੁੱਛਿਆ ਕਿਸ ਆਧਾਰ ਤੇ ਸਾਨੂੰ ਇੱਥੇ ਰੋਕਿਆ ਗਿਆ। ਤੇ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਕਿ ਤੁਸੀਂ ਆਪਣੇ ਵਿਊ ਜਿਹੜੇ ਰੱਖੇ ਹਨ। ਹੁਣ ਮੈਂ ਵੀਰ ਜੀ ਨਾਲ ਖੜੇ ਉਹਨਾਂ ਤੋਂ ਵੀ ਇੱਕ ਛੋਟਾ ਜਿਹਾ ਸਵਾਲ ਲਵਾਂਗਾ। ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਨੁਮਾਇੰਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਦਾ ਮਕਸਦ ਮੇਰਾ ਇਹੀ ਹੈ ਕਿ ਮੈਂ ਤੁਹਾਨੂੰ
ਤੁਹਾਨੂੰ ਗਰਾਊਂਡ ਲੈਵਲ ਤੋਂ ਪੂਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਸਕਾਂ ਕਿ ਅਕਸਰ ਕਿਹਾ ਜਾਂਦਾ ਨਾ ਕਿ ਇਸ ਦੇ ਪਿੱਛੇ ਦੀ ਮਾਹੌਲ ਕੁਝ ਇਦਾਂ ਦਾ ਹੁੰਦਾ ਹੈ ਜਾਂ ਕੁਝ ਹੋਰ ਦਿਖਾਇਆ ਜਾਂਦਾ। ਆਪਾਂ ਤੁਹਾਨੂੰ ਪੂਰੀ ਗਰਾਊਂਡ ਤੋਂ ਜੁੜੀ ਹੋਈ ਖਬਰ ਦੱਸਣੀ ਹੈ, ਹਰ ਇੱਕ ਵੀਰ ਨਾਲ ਤੁਹਾਡੀ ਗੱਲਬਾਤ ਕਰਾਣੀ ਹੈ ਕਿ ਉਹ ਕਿਹੋ ਜੀ ਸੋਚ ਰੱਖਦਾ ਹੈ। ਸਭ ਤੋਂ ਪਹਿਲੇ ਤੁਹਾਡਾ ਵੀ ਮੈਂ ਜੀ ਆਇਆਂ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸ਼ਬਦਾਂ ਦੇ ਰਾਹੀਂ ਤੁਸੀਂ ਸਾਰੀ ਸਿੱਖ ਸੰਗਤ ਜਿਹੜੀ ਇਸ ਵਕਤ ਤੁਹਾਨੂੰ ਸੁਣ ਰਹੀ ਹੈ, ਕਿਉਂਕਿ ਤੁਸੀਂ ਮੌਕੇ ਤੇ ਮੌਜੂਦ ਹੋ। ਮੈਂ ਦੇਖ ਰਿਹਾ ਸੀ ਕਿ ਚਾਹ ਦਾ ਲੰਗਰ ਵਗੈਰਾ ਵੀ ਤੁਸੀਂ ਲੈ ਕੇ ਆ ਕੇ ਹੱਥੀਂ ਡਿਸਟ੍ਰੀਬਿਊਟ ਕਰ ਰਹੇ ਹੋ, ਜਾਂ ਜਿਹੜੇ ਵੀਰ ਹਨ ਲੰਗਰ ਛਕਾ ਰਹੇ ਸਾਰੇ, ਜਿਹੜਾ ਕਿ ਸਾਡਾ ਇੱਕ ਮੈਂ ਕਹਾਂ ਸੱਭਿਆਚਾਰ ਵੀ ਹੈਗਾ, ਆਦਰ ਸਤਿਕਾਰ ਕਰਨਾ ਜਿਹੜੇ ਦੂਰ ਪਾਰ ਤੋਂ ਸੰਗਤ ਨੇੜੇ ਨੂੰ ਆਈ ਹੁੰਦੀ ਹੈ। ਕੀ ਵੇਖਦੇ ਹੋ ਅੱਜ ਦੇ ਇੰਸੀਡੈਂਟ ਨੂੰ ਲੈ ਕੇ? ਦੇਖੋ ਜੀ, ਮੈਂ ਪਿਛਲੇ ਕੱਲ੍ਹ ਤੋਂ ਇੱਥੇ ਲਖਨਪੁਰ ਤੇ ਜਿਹੜੀ ਧਰਤੀ ਹੈ ਇਹਦੇ ਨਾਲ ਜੁੜਿਆ ਹਾਂ, ਕਿਉਂਕਿ ਪਿਛਲੇ ਕੱਲ੍ਹ ਤੋਂ ਜਦੋਂ ਇਹਨਾਂ ਨੇ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਰੋਕ ਲਿਆ ਹੈ ਤੇ ਜਦੋਂ ਆ ਕੇ ਪਹੁੰਚੇ, ਇੱਕ ਦਿਲ ਨੂੰ ਬੜਾ ਦੁੱਖ ਹੋਇਆ ਕਿ ਜੋ ਇੱਕ ਕੌਮ ਦਾ ਜਰਨੈਲ, ਜਿਹੜਾ ਕਿ ਸਿੱਖ ਕੌਮ ਦੀ ਵੱਧ ਚੜ੍ਹ ਕੇ ਗੱਲ ਕਰਦਾ ਹੈ, ਇੱਕੋ ਇੱਕ ਕੌਮੀ ਜਰਨੈਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਰੋਕ ਲਿਆ। ਜਿਹਦੇ ਬਾਰੇ ਮੈਂ ਸਮਝਦਾ ਹਾਂ ਕਿ ਇੱਕ ਪੰਜਾਬੀ ਦਾ ਸ਼ਾਇਰ ਲਿਖਦਾ ਹੈ ਕਿ ਹਜ਼ਾरों वर्ष नरगिस अपनी बेनूरी पे रोती है, बड़ी मुश्किल से होता है चमन में दिलावर पैदा, वही इनको हम वो नुमाइंदा मानते हैं। तो एक उर्दू का शायर कहता है, खुदा तुमको नहीं कहते पर शाने खुदा तुम हो, उनको हम मान साहब को मानते हैं, क्योंकि इन्ना एक जज्बा रखने वाले इन्नी उम्र दे विच मैं कहना कि ये कोई आम नौजवान होंदे ते वो भी थक के हार जाते, पर पूरा दिन पूरी रात इत्थे गद्दियां दे उपर रोड दे उपर गुजारना, और वो भी कौम पिछे कि मैं नहीं तो कहन मैं एक मैंबर पार्लीमेंट हाँ, मैनू की लोड़ है इत्थे रोड ते बहन दी, जम्मू कश्मीर दे सिखां दी गल करन लई होर कोई आ जाएगा, पर नहीं, वो अपनी जिम्मेवारी नूं समझदे होए ते उन्होंने पूरी रात, पूरा कल दा दिन, अज पूरा दिन और अज दी रात एक आटो दे विच गुजारी है। मैं कहना इहदे नालों वध शर्म दी गल LG एडमिनिस्ट्रेशन नहीं होनी, क्योंकि एक बंदे दे कहंदे हन कि जम्मू कश्मीर दे विच बहुत ही वधिया माहौल है, कोई भी बाहरों आए प्लाट खरीदे रहे, और दूजे पासे ये उन्होंने जाना नहीं देना चाहते, क्योंकि इन्हों पता है कि जे सिखां दियां जो डिमांडां हन, इन्हां दियां जो मंगां हन, वो इन्हां दे अगे रखणगे, और ये मंगां पार्लीमेंट तक पहुंचणगियां, और ये खुद नहीं चाहते ये जिहड़ा साडे कोलों मैमोरेंडम लैके जांदे हन, एक इन्हां दा खाली एक बहाना है, ये खुद नहीं चाहते कि इन्हां दियां मंगां उपर तक पहुंचण, ते इधर तां ही इन्हां नूं रोकण दी इन्हां ने कोशिश कीती है कि क्योंकि इन्हां दा जाके माहौल जो उत्थों दा देखणगे ते जाके पार्लीमेंट दे विच इन्हां दा जो है अपना इन्हां दा पेट नंगा हुंदा है। इहदे करके LG एडमिनिस्ट्रेशन दी एक ये शर्मनाक जो इन्हां ने कदम चुक्या है, मैं कड़े शब्दां 'च इहदा निंदा करते हाँ, और यही मंग करते हाँ कि इन्हां नूं जल्द तो जल्द कल जो भी कोर्ट का आर्डर है जल्द तो जल्द आर्डर आए, और इन्हां नूं उत्थे जम्मू के अंदर जान दिता जाए, ताकि जो लखां की तादाद में संगतां जो कि इकट्ठियां होकर इन्हां नूं मिलना चाहदियां, इन्हां दे विचार सुनना चाहदियां हन, इन्हां ने कोई उत्थे भड़काऊ भाषण नहीं देना, अगर देणगे तो उहदी गल बाद दी देखी जाएगी, पर जो इत्थे कठुए दे अंदर रोका गया है इसकी कड़े शब्दों में निंदा करते हैं। बहुत बहुत धन्यवाद तुहाडा। ਇਹ ਸਾਡੇ ਨੌਜਵਾਨ ਵੀਰ ਸਨ ਜਿਨ੍ਹਾਂ ਨੇ ਸਾਰੀ ਗੱਲਬਾਤ ਆਪਣੀ ਤੁਹਾਡੇ ਸਾਹਮਣੇ ਰੱਖੀ ਹੈ, ਤੁਹਾਡਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਇੱਕ ਸ਼ਾਂਤੀ ਦਾ ਪ੍ਰਤੀਕ ਤੁਸੀਂ, ਕਿਉਂਕਿ ਅਸੀਂ ਸਾਰੇ ਦੇ ਨਾਲ ਹੀ ਵਿਚਰਨ ਵਾਲੇ ਲੋਕ ਹਾਂ, ਕਿਉਂਕਿ ਸਾਡੀ ਗੁਰਬਾਣੀ ਵੀ ਸਾਨੂੰ ਸਿਖਾਉਂਦੀ ਆ, ਵੱਲ੍ਹਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਡੇ ਲਈ ਸਾਰਾ ਹੀ ਸੰਸਾਰ ਇੱਕ ਹੈ, ਸਾਡੀ ਗੁਰਬਾਣੀ ਹੀ ਇੱਕ ਓਂਕਾਰ ਤੋਂ ਸਟਾਰਟ ਹੁੰਦੀ ਹੈ, ਜਿਹੜਾ ਕਿ ਇਹਨਾਂ ਨੇ ਬੜਾ ਹੀ ਪਿਆਰਾ ਮੈਸੇਜ ਉਰਦੂ ਦੇ ਮੈਂ ਕਹਾਂ ਕੁਝ ਲਫ਼ਜ਼ ਦੇ ਪੰਜਾਬੀ ਦੇ ਕੁਝ ਲਫ਼ਜ਼ਾਂ ਨੂੰ ਆਪਣੀ ਸਪੀਚ ਦੇ ਵਿੱਚ ਇਹਨਾਂ ਨੇ ਤੁਹਾਨੂੰ ਸਰਵਣ ਕਰਵਾਈ ਹੈ। ਹੁਣ ਮੈਂ ਚਾਹਾਂਗਾ ਕਿ ਜਿੱਦਾਂ ਮੈਂ ਕਿਹਾ ਗਰਾਊਂਡ ਲੈਵਲ ਦੀ ਨਿਊਜ਼ ਤੁਹਾਡੇ ਤੱਕ ਪਹੁੰਚਾ ਰਿਹਾ ਵੀਰ ਹੋਰ ਵੀ ਸਾਡੇ ਨਾਲ ਬੜੇ ਖੜੇ ਹਨ, ਤਾਂ ਮੈਂ ਚਾਹਾਂਗਾ ਕਿ ਉਹਨਾਂ ਤਰਫੋਂ ਵੀ ਉਹਨਾਂ ਦੇ ਵੀ ਤੁਹਾਡੇ ਵਿਚਾਰ ਸਰਵਣ ਕਰੀਏ। ਵੀਰ ਜੀ ਦੋ ਸ਼ਬਦ ਆਪਾਂ ਸਾਰੇ ਕੋਲ ਲਏ ਹਨ, ਤੁਸੀਂ ਵੀ ਦੋ ਸ਼ਬਦ ਕਹਿਣੇ ਹਨ ਅੱਜ ਦੇ ਇੰਸੀਡੈਂਟ ਨੂੰ ਲੈ ਕੇ, ਤਾਂ ਕਿ ਸਿੱਖ ਸੰਗਤ ਤੱਕ ਉਹ ਸਾਰੀ ਅਪਡੇਟ ਮੈਂ ਪਹੁੰਚਾ ਸਕਾਂ ਜਿਹੜੀ ਕਿ ਉਡੀਕ ਕਰ ਰਹੀ ਸੀ ਸੰਗਤ ਕਾਫੀ ਦੇਰ ਤੋਂ। ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਨੂੰ ਕਰਦਾ ਇੱਕ ਬਾਣੀ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ। ਪਹਿਲੇ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮੇਰੇ ਵੀਰ ਲਾਈਵ ਦੇਖ ਰਹੇ ਹਨ, ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਬੜੀ ਦੁੱਖ ਦੀ ਘਟਨਾ ਦੇਖਣ ਨੂੰ ਮਿਲਦੀ ਹੈ। ਦੇਖੋ ਸਾਡਾ ਕੀ ਮੈਸੇਜ ਆਏਗਾ, ਮੈਨੂੰ ਦੱਸੋ। ਇੱਕ ਸਾਡੀ ਕੌਮ ਦਾ ਹੀਰਾ ਐਟੋ ਦੇ ਵਿੱਚ ਸੁੱਤਾ, ਉਹ ਵੀ MP ਸਾਡੇ। ਬੜੀ ਦੁੱਖ ਦੀ ਘਟਨਾ ਲੱਗਦੀ ਹੈ। ਅੱਜ ਸਾਡੀ ਸਿੱਖਾਂ ਦੀ ਆਬਾਦੀ 2% ਹੈ, ਮਗਰ ਦੇਖੋ ਇੱਥੇ 0.5% ਨਹੀਂ ਦਿਖਦੇ ਪਏ। ਇਸ ਕਰਕੇ ਅਸੀਂ ਪੰਜਾਬੀ ਕੋਲੋਂ ਪਿੱਛੇ ਹਾਂ, ਇਸ ਕਰਕੇ ਅਸੀਂ ਪੰਜਾਬੀ ਕੋਲੋਂ ਪਿੱਛੇ ਹਾਂ। ਜਿੰਨ ਤੱਕ ਅਸੀਂ ਇਕੱਠੇ ਨਹੀਂ ਹੋਈਏ ਉਸ ਦਿਨ ਸਾਨੂੰ ਕੁਝ ਨਹੀਂ ਮਿਲ ਸਕਦਾ। ਇਨਸਾਫ ਤਾਂ ਹੀ ਮਿਲੇਗਾ ਜੇ ਅਸੀਂ ਇਕੱਠੇ ਹੋਵਾਂਗੇ। ਮੈਂ ਇੱਕੋ ਆਪਣੇ ਸਿੱਖ ਵੀਰਾਂ ਨੂੰ, ਜਿਹੜੇ ਮੇਰੇ ਵੀਰ ਜੰਮੂ ਤੋਂ ਕਠੂਏ ਤੋਂ ਸਾਰੇ ਲਾਈਵ ਦੇਖ ਰਹੇ ਨੇ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਕੱਲ ਮੈਨੂੰ ਇਸ ਤਰ੍ਹਾਂ ਇੱਥੇ ਮਾਹੌਲ ਲੱਗਣਾ ਚਾਹੀਦਾ ਜਿਸ ਤਰ੍ਹਾਂ ਇੱਥੇ ਸਾਡੇ ਵਿਸਾਖੀ ਦਾ ਮੇਲਾ ਹੋਏ। ਔਰ ਸਾਡੇ MP ਸਾਹਿਬ ਨੂੰ ਦੇਖੋ, ਮੈਂ ਆਪਣੀ ਇਤਿਹਾਸ ਦੇ ਵਿੱਚ ਕਦੀ ਨਹੀਂ ਦੇਖਿਆ ਕੋਈ MP ਐਟੋ ਦੇ ਵਿੱਚ ਸੌਂਦੇ। ਦੇਖਿਆ ਤੁਸੀਂ? ਮੈਨੂੰ ਇਹਨਾਂ ਦੱਸ ਦਿਓ ਕਿਸ ਨੇ ਦੇਖਿਆ ਹੈ। ਮੈਨੂੰ ਬੜਾ
ਬਹੁਤ ਜ਼ਿਆਦਾ ਦੁੱਖ ਦੀ ਘਟਨਾ ਹੁੰਦੀ ਹੈ। ਮਗਰ ਦੇਖੋ ਅੱਜ ਸਾਡੇ ਵੀਰ ਸਾਰੇ ਕੋਈ ਏਸੀ ਥੱਲੇ ਸੁੱਤਾ ਹੋਇਆ, ਕੋਈ ਕਿਹਦੇ ਸੁੱਤਾ, ਮਗਰ ਸਾਡੇ ਕੌਮ ਦੇ ਹੀਰੇ, ਬਹੁਤ ਦੁੱਖ ਹੁੰਦਾ। ਅੱਜ ਬਹੁਤ ਜ਼ਿਆਦਾ ਦੁੱਖ ਦੀ ਘਟਨਾ ਦੇਖਣ ਨੂੰ ਮਿਲੀ ਹੈ। ਮੈਂ ਤਹਿ ਦਿਲੋਂ ਧੰਨਵਾਦ ਆਪਣੇ ਪ੍ਰਧਾਨ ਸਾਹਿਬ ਕਠੂਆ ਡਿਸਟ੍ਰਿਕਟ ਕਮੇਟੀ ਦਾ ਵੀ ਕਰਾਂਗਾ, ਉਹਨਾਂ ਦਾ ਪੂਰੇ ਮੈਂਬਰਾਂ ਦਾ ਵੀ ਕਰਾਂਗਾ, ਜਿਨ੍ਹਾਂ ਨੇ ਲੰਗਰ ਦੀ ਵਿਵਸਥਾ 24 ਘੰਟੇ ਲਗਾਤਾਰ ਚਲਾਈ ਹੈ। ਔਰ ਬੜੀ ਸ਼ਰਮ ਦੀ ਗੱਲ ਦੇਖੋ ਇਹ ਹੈ, ਐਡਮਿਨਿਸਟ੍ਰੇਸ਼ਨ ਦੇ ਤਰਫੋਂ ਇੱਕ ਲਾਈਟ ਵੀ ਇਹਨਾਂ ਨੇ ਜਾਣਬੁੱਝ ਕੇ ਬੰਦ ਕਰ ਦਿੱਤੀ। ਅੱਜ 5 ਘੰਟੇ ਤੋਂ ਲਗਾਤਾਰ ਲਾਈਟ ਬੰਦ ਹੈ। ਮੈਂ ਕਹਿੰਦਾ ਕੀ ਮੈਸੇਜ ਆਏਗਾ ਸਮਾਜ ਦੇ ਵਿੱਚ। ਮੈਂ ਬਸ ਵੱਧ ਕੋਲੋਂ ਵੱਧ ਇੰਨੀ ਬੇਨਤੀ ਕਰਾਂਗਾ, ਜਿਸ ਤਰ੍ਹਾਂ ਦੇਖੋ ਸਾਡੇ ਕੌਮ ਦੇ ਹੀਰੇ ਐਟੋ ਦੇ ਵਿੱਚ ਸੁੱਤੇ ਨੇ, ਕਿੰਨੀ ਸ਼ਰਮ ਦੀ ਗੱਲ ਹੈ। ਇੱਕ ਬੱਬਰ ਸ਼ੇਰ ਸਾਡੀ ਕੌਮ ਦੇ ਕਹਿਣ ਵਾਲੇ ਹੀਰੇ ਬੱਬਰ ਸ਼ੇਰ ਅੱਜ ਐਟੋ ਦੇ ਵਿੱਚ ਸੁੱਤੇ ਨੇ, ਬਹੁਤ ਸ਼ਰਮ ਦੀ ਘਟਨਾ ਹੈ। ਮੈਂ ਆਪਣੇ ਸਿੱਖ ਵੀਰਾਂ ਨੂੰ ਇੱਕੋ ਅਪੀਲ ਕਰਾਂਗਾ, ਜ਼ਿਆਦਾ ਕੋਲੋਂ ਜ਼ਿਆਦਾ ਮੇਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਦੇਖਣ ਕਿ ਪਹਿਲੇ ਕਦੀ ਜ਼ਿੰਦਗੀ ਦੇ ਇਤਿਹਾਸ ਦੇ ਵਿੱਚ ਕਦੀ ਕਿਸੇ ਨੇ ਦੇਖਿਆ ਕਦੀ ਐਮਪੀ ਬਿਨਾਂ ਸਿਕਿਉਰਟੀ ਤੋਂ, ਬਿਨਾਂ ਕੋਈ ਕੁਛ ਤੋਂ, ਮੈਂ ਪਹਿਲੀ ਵਾਰ ਦੇਖਿਆ ਆਪਣੇ ਇਤਿਹਾਸ ਦੇ ਵਿੱਚ। ਮੈਂ ਜ਼ਿਆਦਾ ਕੁਝ ਨਹੀਂ ਬੋਲਾਂਗਾ, ਮੈਂ ਆਪਣੇ ਸਮਾਜ ਦੇ ਵਿੱਚ ਆਪਣੇ ਵੀਰਾਂ ਨੂੰ ਤਾਂ ਹੀ ਬੋਲਾਂਗਾ, ਅਸੀਂ ਪੰਜਾਬੀ ਕੋਲੋਂ ਤਾਂ ਹੀ ਪਿੱਛੇ ਹਾਂ, ਅਸੀਂ ਇਕੱਠੇ ਹੀ ਨਹੀਂ ਹਾਂ। ਮੈਂ ਬੋਲਾਂਗਾ ਜ਼ਿਆਦਾ ਤੋਂ ਜ਼ਿਆਦਾ ਮੇਰੇ ਵੀਰ ਇਕੱਠੇ ਹੋਣ, ਤਾਂ ਕਿ ਅਸੀਂ ਆਪਣਾ ਹੱਕ ਲੈ ਕੇ ਛੱਡੀਏ। ਦੇਖੋ ਮੈਂ ਇੱਕ ਪੁੱਛਣਾ ਚਾਹੁੰਦਾ, ਕੋਈ ਮਿਲੀਟੈਂਟ ਨੂੰ ਬੰਦਾ ਰੋਕੇ ਤੇ ਮੈਂ 100 ਵਾਰੀ ਕਹਿ ਰੋਕ ਸਕਦਾ, ਮਗਰ ਇੱਕ ਐਮਪੀ ਨੂੰ ਜਾਣ ਤੇ ਰੋਕਣ ਕਿਸ ਵੇਸ ਤੇ, ਇਹਨਾਂ ਨੂੰ ਵਜ੍ਹਾ ਦੱਸਣੀ ਚਾਹੀਦੀ, ਕਿਸ ਵਿੱਚ ਵਜ੍ਹਾ ਦੇ ਵਜ੍ਹਾ ਨਾਲ ਇਹਨਾਂ ਨੇ ਰੋਕਿਆ। ਮੈਂ ਪੁੱਛਣਾ ਚਾਹੁੰਦਾ ਉਹਨਾਂ ਸਰਕਾਰਾਂ ਨੂੰ, ਕਿਸ ਵੇਸ ਉੱਪਰ ਇਹਨਾਂ ਨੇ ਰੋਕਿਆ ਇੱਕ ਐਮਪੀ ਨੂੰ, ਆਈਜੀ ਨੂੰ। ਮੈਂ ਪੁੱਛਣਾ ਚਾਹੁੰਦਾ, ਬਸ ਮੈਂ ਇੰਨਾ ਹੀ ਪੁੱਛਾਂਗਾ, ਸ਼ਰਮ ਆਉਣੀ ਚਾਹੀਦੀ ਇਹੋ ਜਿਹੀ ਸਰਕਾਰਾਂ ਨੂੰ, ਕਮ ਸੇ ਕਮ ਦੇਖਣਾ ਚਾਹੀਦਾ। ਇੱਕ 85 ਸਾਲ ਦੇ ਬਜ਼ੁਰਗ ਨਾਲ ਐਮਪੀ ਰਹਿਣ ਵਾਲੇ, ਇੰਨਾ ਵੱਡਾ ਅਹੁਦਾ, ਫਿਰ ਵੀ ਬੰਦੇ ਨੂੰ ਇੱਕ ਬੈਰੀਗੇਡ ਲਗਾ ਕੇ ਇੱਥੇ ਰੋਕਣਾ, ਮੈਂ ਕਹਿੰਦਾ ਬੜੀ ਸ਼ਰਮ ਦੀ ਗੱਲ ਹੈ। ਇਹਨਾਂ ਨੂੰ ਦੇਖਣਾ ਚਾਹੀਦਾ, ਕਮ ਸੇ ਕਮ ਬਹੁਤ ਸ਼ਰਮ ਦੀ ਗੱਲ ਹੈ। ਬਹੁਤ ਧੰਨਵਾਦ ਵੀਰ ਜੀ, ਤੁਸੀਂ ਅਸੈਂਬਲੀ 'ਚ ਬੈਠੇ ਨੇ, ਕਮ ਸੇ ਕਮ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ। ਬਹੁਤ ਦੇਖਣਾ ਚਾਹੀਦਾ ਕਿ 84 ਸਾਲ ਦੇ ਇੱਕ ਬਜ਼ੁਰਗ ਨੂੰ ਰੋਕਣਾ, ਮੈਂ ਕਹਿੰਦਾ ਬੜੀ ਸ਼ਰਮ ਦੀ ਗੱਲ ਹੈ। ਬਿਲਕੁਲ ਵੀਰ ਜੀ ਹੋਰਾਂ ਨਾਲ ਆਪਾਂ ਬੋਲਾਂਗਾ ਜਿਹੜੇ ਲਾਈਵ ਦੇਖਦੇ ਪਏ ਗੱਲਬਾਤ ਕਰ ਰਹੇ ਸੀ ਵੀਰ ਜੀ ਹੋਰਾਂ ਨਾਲ। ਉਹਨਾਂ ਨੇ, ਕਿਉਂਕਿ ਮੈਂ ਤੁਹਾਨੂੰ ਪਹਿਲੇ ਹੀ ਆਖਿਆ ਕਿ ਦਰਦ ਰੱਖਣ ਵਾਲੇ ਬੋਲਦੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਵੀ ਨਿਕਲ ਗਏ ਸਨ, ਕਿਉਂਕਿ ਆਪਾਂ ਦੇਖਦੇ ਹਾਂ ਕਿ ਬਜ਼ੁਰਗਾਂ ਦੀ ਰਿਸਪੈਕਟ, ਮੈਂਬਰ ਆਫ ਪਾਰਲੀਮੈਂਟ ਹੋਣ ਜਾਂ ਫਿਰ ਸਿੱਖ ਨੁਮਾਇੰਦੇ ਹੋਣ, ਉਸ ਤੋਂ ਪਹਿਲਾਂ ਇੱਕ ਬਜ਼ੁਰਗ ਹਨ। ਤੇ ਜਦੋਂ ਮੈਂ ਹੋਰ ਵੀ ਦੇਖ ਰਿਹਾ ਸੀ ਕਾਫੀ ਸਾਰੇ ਵੀਰਾਂ ਦੇ ਉੱਤੇ ਜਿਲੇ ਉਹ ਗੱਲਬਾਤ ਕਰ ਰਹੇ ਸਨ, ਸਾਰੇ ਵੀਰ ਆਪਸ ਦੇ ਵਿੱਚ ਖੜੇ ਹੋ ਕੇ, ਸਾਰਿਆਂ ਦੀ ਅੱਖਾਂ ਨਮ ਸਨ ਕਿ ਕਿੱਦਾਂ ਸਾਨੂੰ ਵੀ ਜੋਸ਼ ਮਿਲਦਾ ਹੈ ਕਿ ਇੱਕ ਨੌਜਵਾਨੀ ਦੇ ਵਿੱਚ ਸੰਘਰਸ਼ ਕਿੱਦਾਂ ਲੜੇ ਜਾਂਦੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ, ਕਿਉਂਕਿ 85 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਵੀ ਅੱਜ ਐਜੀਟੇਸ਼ਨ ਦੇ ਵਿੱਚ ਖੜੇ ਹਨ। ਮੈਂ ਪਹਿਲੇ ਹੀ ਕਿਹਾ ਸੀ ਕਿ ਲਾਈਟ ਹੁਣ ਆ ਚੁੱਕੀ ਹੈ ਤੇ ਹੁਣ ਮੈਂ ਫਿਰ ਤੋਂ ਵਿਜ਼ੂਅਲ ਤੁਹਾਡੇ ਸਾਹਮਣੇ ਰੂਬਰੂ ਕਰਨਾ ਚਾਹਾਂਗਾ, ਤਾਂ ਕਿ ਇੱਕ ਵਾਰ ਫਿਰ ਤੋਂ ਲਾਈਵ ਅਪਡੇਟ ਜਿਹੜੇ ਹਨ ਉਹ ਲਖਨਪੁਰ ਕੋਰੀਡੋਰ ਤੋਂ ਤੁਹਾਨੂੰ ਦੇ ਸਕਾਂ। ਮੈਂ ਇਹ ਉਹੀ ਹੁਣ ਤੁਹਾਡੇ ਸਾਹਮਣੇ ਕਲੀਅਰ ਵਿਜ਼ੂਅਲ ਜਿਹੜੇ ਆਪਾਂ ਕਹਿ ਰਹੇ ਸੀ ਪਹਿਲੇ ਕਿ ਇਹ ਉਹੀ ਆਟੋ ਹੈ ਜਿਸ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਲੇਟੇ ਹੋਏ ਹਨ, ਬਟ ਆਪਾਂ ਡਿਸਟਰਬ ਨਹੀਂ ਕਰਾਂਗੇ। ਉਹ ਸਵੇਰੇ ਤੋਂ ਹੀ ਇਸ ਐਜੀਟੇਸ਼ਨ ਦੇ ਵਿੱਚ, ਇਸ ਪੂਰੇ ਜਿਹੜਾ ਕੰਮਕਾਜ ਹੋਇਆ ਇੱਥੇ ਉਹਦੇ ਵਿੱਚ ਪੂਰੀ ਸ਼ਮੂਲੀਅਤ ਦਿੱਤੀ ਸੀ ਤੇ ਹੁਣ ਉਹ ਆਰਾਮ ਕਰ ਰਹੇ ਤੇ ਆਪਾਂ ਨਹੀਂ ਚਾਹਾਂਗਾ ਕਿ ਉਹਨਾਂ ਨੂੰ ਡਿਸਟਰਬ ਕਰਨਾ, ਲੇਕਿਨ ਸਾਡਾ ਫਰਜ਼ ਬਣਦਾ ਸੀ ਸਾਰੇ ਵਿਜ਼ੂਅਲਸ ਤੁਹਾਡੇ ਤੱਕ ਪਹੁੰਚਾਉਣਾ। ਐਜ਼ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਸਾਰੇ ਹੀ ਇੱਕ ਬਾਣੀ ਚੈਨਲ ਨਾਲ ਜਿੰਨੇ ਵੀ ਪਰਿਵਾਰ ਜੁੜੇ ਹਨ, ਕਿਉਂਕਿ ਸਾਰਿਆਂ ਨੂੰ ਹੀ ਇੱਕ ਉਮੀਦ ਹੁੰਦੀ ਹੈ ਕਿ ਆਪਾਂ ਵੱਧ ਚੜ੍ਹ ਕੇ ਸਾਰੇ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ, ਔਰ ਤੁਸੀਂ ਵੀ ਆਸ ਦੇ ਨਾਲ ਹੀ ਸਾਰੇ ਅਪਡੇਟਸ ਨੂੰ ਲਾਈਵ ਦੇਖਦੇ ਹੋ ਅਤੇ ਸੁਣਦੇ ਹੋ। ਉਮੀਦ ਹੈ ਕਿ ਹਰ ਇੱਕ ਅਪਡੇਟ ਤੁਹਾਡੇ ਸਾਹਮਣੇ ਆਪਾਂ ਪਹੁੰਚਾ ਸਕੇ ਹਾਂ ਅਤੇ ਅੱਗੇ ਵੀ ਇਹੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ। ਅੱਗੇ ਦੀ ਕੋਈ ਵੀ ਅਸੀਂ ਗੱਲਬਾਤ ਹੁੰਦੀ ਹੈ, ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋਏ, ਚਾਹੇ ਉਹ ਗੌਰਮੈਂਟ ਦੀ ਤਰਫ ਤੋਂ ਹੋਏ ਜਾਂ ਫਿਰ ਸਿੱਖ ਸੰਗਤ ਦੀ ਤਰਫ ਤੋਂ ਐਸੀ ਕੋਈ ਅਪਡੇਟ ਆਉਂਦੀ ਹੈ। ਮੈਂ ਬਹੁਤ ਸਾਰਿਆਂ ਦਾ ਹੀ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਲਾਈਵ ਦੇਖ ਕੇ ਆਪਣੇ ਪਿਆਰ ਜਿਹੜਾ ਸਾਰਿਆਂ ਨੂੰ ਦਿੱਤਾ ਹੈ ਅਤੇ ਇਸ ਇਵੈਂਟ ਦੇ ਉੱਪਰ ਜਿਹੜਾ ਇਹ ਐਜੀਟੇਸ਼ਨ ਚੱਲ ਰਿਹਾ ਉਹਦੇ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹਨ। ਇੰਨਾ ਹੀ ਅਲਫਾਜ਼ਾਂ ਦੇ ਨਾਲ ਹਰਵਿੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।